कर स्नान सिमर प्रभ अपना मन तन पे अरोगा जी। स्नान सिमर प्रभ अपना मन तन पे अरोगा जी। स्नान सिमर प्रभ अपना मन तन पे अरोगा जी। कर स्नान सिमर प्रभ अपना मन तन पे अरोगा जी। इशनान गुरसिख का कर्म है कि पिछल राती जागना, पिछल 12 बजे तो बाद उठ करना, पिछल राती जागना, नाम दान इशनान दृढ़ाए, इनू दृढ़ करना, निश्चय करना, नाम दान इशनान दृढ़ाए। फिर महाराज जी समझाते कि मिठा बोले निभ चले, मिठा बोले निभ चले। बहुत अच्छा, मैं अज गुणा की गल शुरू की सी कि हाँ फग्गण का महीना है कि फल गुण आनंद अपार जाना। मिठा बोलना भी एक गुण है, लेकिन सानू ये पता होवे कि मिठा है की है। कई बारी जिहड़ियां असीं चीज़ां नूं मिठियां समझियां दर असल दे विच ओह कौड़ियां बड़ियां हुंदियां जे। जिन्हों बाणी च भी लिखिया कि मिठा करके खाया कौड़ा उपजिया शाद। कि मिठा ये दुनिया की विख ब्यो गल्लां असीं मिठियां करके खाने हैं ते अखीर नूं जिले दा लेखा देना पैंदा ते स्वाद बड़ा कौड़ा हुंदा जे। इन्हां दा स्वाद की है? कौड़ा। सानू मिठे दा मिठा खाना बहुत औखा है। मिठी केवल इको ही चीज है, वो है सतगुरां दी बाणी, सतगुरां दा नाम, सतगुरां दी बाणी नाम, ठीक है ना। ये है मिठा। इस तो बिना लिखिया है कि सिमरत वेद पुराण पकारण पोथियां। सिमरत 27 सिमरतियां ने, 18 पुराण ने, ठीक है ना। 27 सिमरतियां 18 पुराण, पकारण पोथियां, जिन्ने भी बाकी ग्रंथावली है साडी पे पकारण पोथियां वो बार बार पकार के आवाज दे रही ने कि नाम बिना कूड़ गाली होसियां। कि नाम तो बिना जिन्नियां भी गल्लां ने होसियां ने, थोथियां ने, झूठियां ने। पे कादे तो? एक नाम तो ओ गल्लां होसियां एक नाम तो बिना ने गल्लां होसियां एक नाम तो बिना ने।
हर के नाम तो बिना, हर के नाम तो बिना। ਬਾਣੀ ਸਾਨੂੰ ਸਤਿਗੁਰ ਦਰਸ਼ ਕਰਦੇ ਨੇ, ਸਾਨੂੰ ਮੱਤ ਦਿੰਦੇ ਨੇ ਕਿ ਤੁਸੀਂ ਕਿਉਂ ਹੋਸ਼ੀਆਂ ਤੋਥੀਆਂ। ਆਮ ਤੁਸੀਂ ਕਿਸੇ ਨਾਲ ਗੱਲ ਕਰ ਦੋ, ਕਹਿੰਦੇ ਬੰਦਾ ਬੜੀ ਹੋਸੀ ਜੀ ਗੱਲ ਕਰਦਾ ਹੈ, ਬੜੀ ਮਾੜੀ ਗੱਲ ਕਰਦਾ ਹੈ ਨਾ ਜੀ। ਲੇਕਿਨ ਦਰਅਸਲ ਦੇ ਵਿੱਚ ਨਾਮ ਤੋਂ ਬਿਨਾਂ ਕੋਈ ਵੀ ਗੱਲ ਹੈ ਉਹ ਗੱਲ ਹੋਸ਼ੀ ਹੈ, ਥੋਥੀ ਉਹਦੀ ਕੀਮਤ ਹੀ ਕੋਈ ਨਹੀਂ ਹੈ। ਕਣ ਬਿਨਾਂ ਜੈਸੇ ਤੋਥਰ ਤੁਖਾ, ਨਾਮ ਵੀ ਹੁਣ ਸੁਣਨੇ ਸੇ ਮੁੱਖਾ। ਕਣ ਬਿਨਾ ਕਹਿੰਦੇ ਜਿੱਦਾਂ ਹੁਣ ਤੋ ਦੇਖੀ ਦੇ ਵਿੱਚ ਚੌਲ ਨਾ ਹੋਵੇ ਤੇ ਉਹ ਕਿਹੜੇ ਕੰਮ ਦੇ ਨੇ, ਪਰਾਲ ਕਿਸੇ ਕੰਮ ਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿੱਦਾਂ ਉਹ ਤੋਂ ਬਿਨਾ ਖਾਲੀ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜੇ ਸਾਡੇ ਮੁੱਖ ਨੇ ਉਹ ਨਾਮ ਤੋਂ ਬਿਨਾ ਤੋਹਾਂ ਵਰਗੇ ਨੇ। ਮੈਂ ਉੱਥੇ ਰਹਿਤਨਾਮੇ ਦੀ ਵੀ ਪੰਕਤੀ ਬੋਲ ਦਿੰਦਾ ਹੈ ਕਿ ਹਾਂ ਸਿੱਖ ਗੁਰੂ ਕੋ ਹੋਏ ਗਏ ਹੋ, ਕਿ ਮੈਂ ਗੁਰੂ ਦਾ ਸਿੱਖ। ਕਿਸੇ ਵੀ ਧਰਮ ਦੀ ਗੱਲ ਹੈ, ਹਰ ਆਪਣੇ ਧਰਮ ਚ ਆਪਣੇ ਆਪਣੇ ਗੁਰੂ ਦਾ ਸਿੱਖ ਹੈ। ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਾ ਕੀਨ, ਕਹਿੰਦੇ ਹੋਵੇ ਤੂੰ ਸਿੱਖ ਗੁਰੂ ਨਾਨਕ ਦਾ ਤੇ ਤੈਨੂੰ ਜ਼ਿੰਦਗੀ ਚ ਇੱਕ ਜਪਜੀ ਸਾਹਿਬ ਵੀ ਕੰਠ ਨਾ ਹੋਵੇ। ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਾ ਕੀਨ, ਤੰਦਲ ਬਿਨ ਤੁਕ ਕਾਮ ਕੇ ਐਸੇ ਸਿੱਖ ਕੋ ਚੀਨ। ਕਹਿੰਦੇ ਜਿੱਦਾਂ ਉਹ ਤੋਹਾਂ ਦੀ ਗੱਲ ਕੀਤੀ ਹੈ, ਚੌਲਾਂ ਤੋਂ ਬਿਨਾਂ ਉਹ ਕਿਹੜੇ ਕੰਮ, ਡੰਗਰਾਂ ਥੱਲੇ ਪਾਏ ਜਾਂਦੇ ਨੇ, ਬਿਨਾਂ ਥੱਲੇ ਡੰਗਰਾਂ ਥੱਲੇ ਪਾਏ ਜਾਂਦੇ ਨੇ ਉਹ। ਇਸੇ ਤਰ੍ਹਾਂ ਜਿਹਦੇ ਅੰਦਰ ਰਾਜੇ ਪਰਮੇਸ਼ਰ ਦਾ ਨਾਮ ਨਹੀਂ ਹੈ, ਇਹਦੇ ਵਾਸਤੇ ਹੀ ਸਾਨੂੰ ਕੀ ਦਿੱਤਾ ਗਿਆ ਹੈ, ਇਹ ਮਾਨਸ ਜਨਮ ਕਾਹਦੇ ਲਈ ਦਿੱਤਾ। ਪਹਿਲੇ ਤਾਂ ਇਹ ਦੇਖ ਲਓ ਉਹਨੂੰ ਕਿ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਕਿ ਇਹ ਤੈਨੂੰ ਇੱਕ ਸਮਾਂ ਦਿੱਤਾ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਮੇਲ ਕਰ ਲੈ, ਉਹਦੇ ਨਾਲ ਮੇਲ ਕਰ ਲੈ। ਕਿਉਂ ਕਿ ਇਸ ਜਨਮ ਤੋਂ ਬਿਨਾ ਅੱਗੇ ਤੇਰਾ ਕਿਸੇ ਹੋਰ ਜਨਮ ਦੇ ਵਿੱਚ ਮੇਲ ਨਹੀਂ ਹੋਣਾ ਜੀ। ਇਸ ਤੋਂ ਬਿਨਾ ਹੋਰ ਕਿਉਂ ਨਹੀਂ ਹੋਣਾ। ਮੈਂ ਥੋੜਾ ਜਿਹਾ ਟੂਕੀ ਦੇਣੀ ਹੈ। ਇਸ ਤੋਂ ਬਿਨਾ ਕਿੰਨੇ ਕੁ ਜਨਮ ਨੇ? 83,99,000 ਤੇ 999 ਜੂਨਾ। ਇਸ ਤੋਂ ਬਿਨਾ ਜੇ 84 ਲਖਮੀ ਇਹ ਹੋ ਗਈ ਹੈ, ਮਾਨਸ ਜਨਮ ਹੋ ਗਿਆ ਹੈ ਨਾ। ਲੇਕਿਨ 83,99,000 ਤੇ 999 ਜੂਨਾ, ਉਹਨਾਂ ਵਿੱਚੋਂ ਮੈਨੂੰ ਐ ਤੁਸੀਂ ਦੱਸੋ ਸਾਰੇ ਜਾਣੇ ਕਿ ਚਾਹੇ ਉਹ ਮੱਝ ਹੈ, ਗਊ, ਬੱਕਰੀ, ਭੇਡ, ਸੂਰ, ਗਧਾ, ਕੁੱਤਾ, ਕੋਈ ਵੀ ਜੂਨ ਹੈ ਕਿ ਕਿਸੇ ਜੂਨ ਨੂੰ ਅਧਿਕਾਰ ਹੋਵੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰਦੁਆਰਾ ਸਾਹਿਬ ਹੈ ਜਾਂ ਵੈਸੇ ਵੀ ਹੋਇਆ, ਕਿ ਉਸ ਨੂੰ ਉਹ ਗੇਟ ਲੰਘਣ ਦਾ ਅਧਿਕਾਰ ਹੈ? ਕਿਸੇ ਜੂਨ ਦੀ ਗੱਲ ਲਾਓ, ਉਹਨੂੰ ਇਹ ਨਾ ਸੋਚੋ ਕਿ ਜੂਨਾ ਕੀ ਨੇ। ਮੈਂ ਸਿਰਫ ਦੇਖੋ ਕਿ ਤੁਹਾਡੇ ਗੁਰਦੁਆਰੇ, ਮੰਦਿਰ, ਮਸਜਿਦ ਦੇ ਵਿੱਚ ਕੀ ਇੱਕ ਡੰਗਰ, ਮੱਝ ਜਾਂ ਕੁੱਤਾ ਜਾਂ ਸੂਰ ਅੰਦਰ ਆ ਗਿਆ ਤੇ ਉਹਨੂੰ ਅੱਗੇ ਕੀ ਮਿਲਣਾ? ਆਹ ਬੋਲ ਨਹੀਂ ਮਿਲਣੇ, ਉਹਨੂੰ ਕੇਵਲ ਤੇ ਕੇਵਲ ਡੰਡਾ ਜਾਂ ਪੱਥਰ ਮਿਲੂਗਾ ਕਿ ਇਹਨੂੰ ਬਾਹਰ ਕੱਢੋ। ਮੇਰਾ ਕਹਿਣ ਦਾ ਰਾਜੇ ਇਹ ਆ ਕਿ ਜਿੱਥੇ 83,99,000 ਤੇ 999 ਜੂਨਾਂ ਨੂੰ ਜਿੱਥੇ ਅੰਦਰ ਆਉਣ ਦਾ ਵੀ ਹੁਕਮ ਹੈ ਨਹੀਂਗਾ, ਤੇ ਉੱਥੇ ਤੁਹਾਨੂੰ ਰੱਜ ਕੇ ਬੈਠਣ ਦਾ ਹੁਕਮ ਹੈ। ਤੇ ਇਹਨੂੰ ਇੰਨਾ ਹੀ ਨਹੀਂ ਪਤਾ ਕਿ ਇਹ ਜਨਮ ਮੈਨੂੰ ਕਾਹਦੇ ਵਾਸਤੇ ਉਹਨਾਂ ਤੋਂ ਵੱਖਰਾ ਦਿੱਤਾ ਹੈ। ਸਿਰਫ ਮੈਂ ਕਈ ਦਫਾ ਬੋਲਦਾ ਹੁੰਦਾ, ਬੰਦੇ ਵਿੱਚ ਤੇ ਡੰਗਰ ਦੇ ਵਿੱਚ 4 ਗੱਲਾਂ ਇੱਕੋ ਜੀਆਂ ਨੇ। ਬੰਦੇ 'ਚ ਤੇ ਡੰਗਰ 'ਚ 4 ਗੁਣ ਇੱਕੋ ਜਿਹੇ ਨੇ। ਇੱਕੋ ਹੀ ਗੁਣ ਹੈ ਜਿਸ ਦੇ ਨਾਲ ਇਹਨੂੰ ਬੰਦਾ ਕਿਹਾ ਜਾਂਦਾ ਹੈ।
चार गुण किहड़े इक्को ਜਿਹੇ ने? निंदरा भोजन भोग पै पश पुरख समान बराबर। सौने राजे तुसीं भी जे ते सौंदा डंगर भी जे। बोलो सौने आ ना, असीं भी सौने आ ते सौंदा डंगर भी है। पर हे वाहिगुरू साडे नाल ओह चंगा है जो कुछ साडे सौण दे उत्ते करोड़ां लखां रुपया खर्च हुंदा ओहदे ते नहीं हुंदा जे। किन्ना पैसा खर्चा उन्होंने कोई बैड बुड तो ना मिले बेचारे है ना जी, लेकिन चलो जिंदगी वो भी कट रहा है। तो निंदरा भोजन। दूजी गल रोटी राजे तुसी भी खांदे जे ते रोटी डंगर भी खांदा जे। वो पट्ठे खा लेंदा है तुसी लंगर छक लिया है ना जी। लेकिन तीसरी गल भोजन भोग। गृहस्थी तुसी भी जे ते गृहस्थी डंगर भी है, बच्चे ओहदे भी है ते बच्चे तुहाडे भी। पर जिद्दां साडा मोह इदां उन्हां दा मोह नहीं गा, है ना जी। चौथी गल भै। डरदा डंगर भी है ते डरदे तुसी भी जे। डर दोनों नूं ही है। एक गुण केड़ा ज्यादा है साडे च? नरन ज्ञान निज अधिकता ज्ञान बिना पस जान। नरन ज्ञान सिर्फ सतगुरु जी समझाते हैं कि मैं बंदे नूं इक्को ही गुण वध दिता, उन्होंने ज्ञान दिता है कि तेनों ये जिंदगी तां दिती है कि तू सतसंग करके ते अपना जीवन सफला कर लै, जिहड़ा बाकी जूना दे विच नहीं हो रहा। ते जे कहंदे तू आ सतसंग नहीं कर सकदा ते फिर कहंदे तेरे च ते पशु दे विच कोई फर्क नहीं है। तेरे च ते पशु च सिर्फ बाकी दा काम वो भी कर रहे हैं ना बराबर, सिर्फ उहदे कोल आ काम नहीं हो रहा है। ते जे तू भी नहीं ये करदा तो फिर तो वही है कि करतूत पशु की मानस जात, है ना जी। लोग पचारा करे देना रात, है ना जी। बेनती है ये सिर्फ देखण दे वास्ते असीं लगदे हां कि असीं मनुख हैं, पर असल दे विच है की है। ओ तेरे काम पशुआं दे बारे देखने मनुख लगदा ते काम पशुआं जी बारे देखने मनुख लगदा।
जगह दे उत्ते बंदे दे नालों एक दूजी जून नूं भी चंगा किया बुल्ले शाह फकीर ने। कुत्ते दी उपमा की गई, बुलिया राती जागे सेक छदावे कि घड़ी क रात नूं जाग लिया ते मैं बड़ा सेक ते मैं संत बन गया। कहंदे राती जागण कुत्ते तैं कुन कुत्ते, कहंदे रात नूं तां कुत्ते भी जागदे ने पर तेरे तो चंगे ने। क्यों चंगे ने? कहंदे वो सारी रात पहरा देवन, कुत्ता घर च रखिया हुंदा है, पहरा दिंदा घरे, वो सारी रात पहरा देवन, चढ़े दिन सौण अरूड़ी उत्ते तैं कुन उत्ते। ते कहंदे सारी रात पहरा दे के ते दिन चढ़दा ते रूड़ी ते पै के गुजारा कर लेंदे जे। ते बंदा सोहणे सोहणे बिस्तरियां ते पै के भी रात दिन ते उहदा पहरा नहीं दे रहा अपने मालक दा, वो रूड़ियां ते पै के भी अपने मालक दा पहरा दे रहा वा। भई वो अपने साईं दा दर ना छोड़न, भावें 6 वारी पिया कुत्ते तैं कुन कुत्ते। जिहड़ा कुत्ता तुसीं घर रखिया हुंदा ना, ਉਹਨੂੰ एक दिन ਦੇ ਵਿੱਚ 6 ਵਾਰੀ ਤੁਸੀਂ ਡੰਡੇ ਮਾਰ ਦੋ, ਉਹ ਇਧਰਲੇ ਮੰਜੇ ਥੱਲੇ ਉਧਰਲੇ ਮੰਜੇ ਥੱਲੇ ਤੇ ਉਧਰ ਲਿਆਉਂਦੇ ਇਧਰ, ਉਹ ਕਿਤੇ ਹੋਰ ਘਰ ਨਹੀਂ ਜਾਂਦਾ। ਤੇ ਜਿਸ ਨੂੰ ਤੁਸੀਂ ਗੁਰਮੁਖ ਕਹਿੰਦੇ ਹੋ ਨਾ, ਬੰਦਾ ਕਹਿੰਦੇ ਹੋ, ਤੇ ਇਹ ਬੰਦੇ ਦੀ ਹਾਲਤ ਕਿਹੋ ਜੀ ਹੈ ਕਿ ਇਸ ਬੰਦੇ ਨੂੰ ਅਜੇ ਗੁਰੂ ਨੇ ਕੁਛ ਨਹੀਂ ਕਿਹਾ ਕਿ ਗੁਰਦੁਆਰੇ ਗਿਆ ਤੇ ਉੱਥੇ ਕਿਤੇ ਪ੍ਰਬੰਧਕਾਂ ਨੇ 4 ਗੱਲਾਂ ਕਿਤੇ ਕਹਿ ਦਿੱਤੀਆਂ ਨੇ ਇਹਨੇ ਗਏ ਨੂੰ, ਤੇ ਇਹ ਕਹਿੰਦਾ ਬਸ ਤੁਸੀਂ ਉਹ ਸੇਵਾ ਕਰੋ, ਮੈਂ ਘਰੇ ਹੀ ਪਾਠ ਕਰ ਲੂ ਕਰੂੰਗਾ। ਬੋਲੋ मतलब कुत्ते ने ते मालक दा दर नहीं छड्डिया, डंडे खा के भी, ते पर की है बंदे ने 4 गल्लां सुन के ही ते अपने मालक दा दरवाजा छड़ दिता जे। इन्नी क सरदा भावना वाले हैं। उन्होंने तां लिखिया बुल्ले शाह मुर्शद मनाला घेण, नहीं तां बाजी लै गए कुत्ते तैं कुन कुत्ते। जे तां मानस जन्म पा के ते अपना मुर्शद खुश कर लिया ते फिर ठीक है, नहीं तां तेरे नालों कुत्ते ही चंगे। यही एक फकीर नूं पुछ लिया सी, रब दे बंदे नूं बेशवा ने पुछया। अच्छा सवाल किया उसने, की कहन लगी? कहंदी बाबा जी मैनू एक गल दसो। कहंदे बेटा दस। बजुर्ग होए सी तां कहंदे दस। कहंदे मैनू इन्ना दस कि मेरे कुत्ते दी पूछ भी चिट्टी है ते तेरा दाड़ा भी चिट्टा है, ते दोनों चों चंगा की है? बोलो कि मेरे कुत्ते दी पूछ भी चिट्टी है ते है बाबा जी तेरा दाड़ा भी चिट्टा है, ते मैनू ऐ तां दसो कि दोनों दे विचों चंगा की है? तां फकीर ने की आख्या? कहंदे पुत्त अजे असीं ये गल नहीं कर सकते। देखो जिहड़ा कोई मालक हुंदा रूहानी च, अस तां फटाफट कोई गल पुछो, हाँ मैं दसदा है, इत्थे नहीं है, ये एवें छोटियां थोथियां गल्लां ने। तां वो कहंदे जी फिर? कहंदे पुत्तर अज तो तू कोई 28 के दिन नूं फिर मेरे कोले आवीं ते फिर तेरे सवाल का उत्तर मैं दे दूंगा। वो दिन गिनती रही, वो दिन आया, वो फिर आ गई। उस सवेरे अमृत वेले बैठे ने संत, वो आई तो कहंदे आओ बेटा। कहंदे महाराज मैं एक तुहाडे ते सवाल पुछया सी। कहंदे हाँ। कहंदे फिर मैनू दसो, मैं तुहानू पुछया सी कि मेरे कुत्ते दी पूछ चंगी आ जां तुहाडा दाड़ा चंगा जे? हैं जी कि की चंगा है दोनों च? तां उस वेले राजे फकीर ने की कहा? कहंदा अज मेरा दाड़ा चंगा है। की कहन लग्या? अज मेरा दाड़ा चंगा। वो कहन लगी बाबा जी चंगा सी तां उदों नहीं मैनू कह दिंदे तुसीं। कहंदे नहीं बेटा उदों असीं तां नहीं कहा, अजे साडी इन्नी उम्र बाकी सी, अज असीं तुर जाना। हो सकदा सी इन्ने दिनां दे विच कुछ भी साडे तो रसना तो माड़ा चंगा बोलिया जांदा तां साडी दाड़ी नूं दाग लग जाना सी। बोलो ते साडे दाड़े नूं दाग लग जाना सी कि तेरे कुत्ते दी पूछ ही चंगी सी साडे दाड़े दे नालों। इस करके राजे ये जिहड़ी खेती इहो जी है जिहदी अखीरले सुआस तक भी सानू डर रहिंदा है, भै रहिंदा है। तो जीवन जिहड़ा है राजे वो किदां दा होना चाहिए? मैं थोड़ा जिहा टाइम ते ऐ करके लंघ जांदा है, ये रोज़ दा ही इदां हुंदा है। अजे शुरू करीदा है, घड़ी वाल देखीदा, कहदी घंटा तो हो भी गया, हो गया टाइम बस।
ਬੋਲਦਿਆਂ ਇਹਨਾਂ ਦੀ ਇਹ ਹੁੰਦਾ ਹੈ ਕਿ ਦੇਸ ਕਾਲ ਤੇ ਵਸਤੂ ਜਿੱਥੇ ਤਿੰਨ ਚੀਜ਼ਾਂ ਦਾ ਪਤਾ ਹੀ ਨਾ ਲੱਗੇ ਕਿ ਟਾਈਮ ਲੰਘ ਕਿੱਦਾਂ ਗਿਆ। ਮੈਂ ਇਸ ਗੱਲ ਦੇ ਨਾਲ ਥੋੜਾ ਜਿਹਾ ਸ਼ੁਰੂ ਕੀਤਾ ਸੀ ਕਿ ਕਰ ਇਸ਼ਨਾਨ ਸਿਮਰ ਪ੍ਰਭ ਮਨ ਤਨ ਪਏ, ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ, ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਏ। ਗਾਉਣੀ ਵੀ ਰੋਜ਼ ਹੀ ਹੈ, ਪੜ੍ਹਨੀ ਵੀ ਰੋਜ਼ ਵੀ ਹੈ ਤੇ ਸੁਣਨੀ ਵੀ ਹੈ ਰੋਜ਼। ਜੇ ਕਿਤੇ ਆ ਸਤਸੰਗ ਨਹੀਂ ਮਿਲਦਾ ਹੈ ਤਾਂ ਫਿਰ ਕੀ ਹੈ। ਅੱਜ ਕੱਲ ਬੜੇ ਸਾਧਨ ਨੇ, ਆਪਣੇ ਘਰੇ ਘੰਟਾ ਲਾ ਲਓ, ਕਰੋ ਸਤਸੰਗ ਤੇ ਉਹਨੂੰ ਸੁਣੀ ਚਲੋ। ਸੁਣਨਾ ਹੈ ਨਾ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਚਾਰ ਲੱਗੇ ਹਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਕਥ ਕਹਾਣੀ। ਇਸ ਕਰਕੇ ਕੀ ਹੈ ਰਾਜੇ, ਦੋ ਤਰ੍ਹਾਂ ਦਾ ਸਤਸੰਗ ਹੁੰਦਾ, ਇੱਕ ਬਹਿਰੰਗ ਸਤਸੰਗ ਹੁੰਦਾ, ਦੂਜਾ ਅੰਤਰੰਗ ਸਤਸੰਗ ਹੁੰਦਾ। ਚੱਲ ਰਿਹਾ ਅੰਦਰ, ਉਹਨੂੰ ਮੁੜ ਕੇ ਆਪਣੇ ਘਰ ਬਹਿ ਕੇ ਵੀ ਵਿਚਾਰਿਆ ਕਰੋ। ਤੋ ਸਤ ਸੰਗਤ ਕੈਸੀ ਜਾਣੀ, ਜਿੱਥੇ ਇੱਕੋ ਨਾਮ ਬਖਾਣੀ, ਇੱਕ ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ, ਹੈ ਨਾ ਜੀ। ਤੋ ਉਹ ਬੋਲੇ ਸੀ ਕਿ ਹਾਂ ਪਿਛਲ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦਰੜਾਏ, ਮਿੱਠਾ ਬੋਲੇ ਨਿਭ ਚੱਲੇ, है ना जी। मिठा बोले निभ चले, हथों दे के भला मनाए। थोड़ा सवना जागना, कहते सौना थोड़ा ते जागना ज्यादा है, असीं उल्ट चलते हैं। थोड़ा सवना जागना, थोड़ा बोलन गुरमत पाए, ते दुनिया दे नाल घट तो घट बोलना है, ते फिर गुरु की गल तेरे पल्ले पै जाऊगी। थोड़ा बोलना गुरमत पाए, है ना। साध संगत मिल गाम दे, रात देहे नित चल चल जाए। ते कहंदे जिथे साध संगत है उधर नूं उठ के रात दिन बिरती तुरनी चाहिए है साडी। साध संगत मिल गाम दे, रात देहे नित चल चल जाए, शब्द सुरत परचा करे। शब्द सुरत परचा करे, ते साडी सुरत परचा खुशी किस नाल करे जिंदगी दे विच, जो गुरां ने सानू नाम दी बख्शिश कीती है। शब्द सुरत परचा करे। अगर तेरी सुरत शब्द दे विच परच जांदी है ते ओ तेरी सुरत ही नहीं परची है, ते अगे लिखिया सतगुर परचा है। अगर तेरी सुरत गुरु दे दिते शब्द च परच जांदी है ते ओ देख रहा है कि मेरा सिख मेरे दिते शब्द च परच रहा है, ते तेनू परचदे नू देख के ते ओ खुश हो जाता है। सत शब्द सुरत, जिले तेरी सुरत शब्द ना परचा करती है ना, तेनू तो आनंद आना ही है, ते पर तेरा मुर्शद भी खुश हो रहा है। ते तुसीं अगर तुहाडी सुरत लगन दे नाल ते खुश गुरु नानक हुंदा होवे, सतगुरु राम सिंह जी खुश हुंदे होण, ते फिर तुसीं इधर उधर दीयां गल्लां छड्ड दवो भाई, इधर उधर दीयां गल्लां छड्ड दवो। अगर सतगुरु खुश हो गए, सतगुरु परचा है, ते कहंदे मन परचाए, ते ओ फिर की करदे, जिले ओ देखिया भी मेरा सिख मेरा नाम जपदा ते मन परचाए, ओ हर तरह की खुशी तुहाडे मन नूं बख्शिश कर देणगे। फिर खुशियां तो आपां क्यों पढ़दे हो रोज कि लख खुशियां पात साहियां, है ना जी। पर किथे ने जे सतगुर नदर करे, किथे पईयां ने सतगुर दी नदर दे विच पईयां होईयां ने। अगर नदर कर देन तो खुशियां ही, जे नहीं कीती ते फिर कोई नहीं। जिनको नदर करम तनकार नानक नदरी नदर निहाल, वो एक नदर दे नाल ही तार दिंदे ने, उन्हां दी नदर दे विच ताकत है। ते इस करके पल विच करके नदर मेहर दी बख्शण खुशी खजाने, शाहां दे सिर शाह वडेरे जो उसदे मस्ताने, जिहड़े दीवाने मस्ताने ओदे बन जा। कदी गड़बई आए जी, कीर्तन जरूर करना है उत्थे। कीर्तन मैं नहीं हुंदा है कि चलो श्री हुक्मनामा साहब की कथा करे आइए जाके, जो भी गुरु का हुक्म आना ओदी कथा रोज भोगां दे उत्ते चलदी आ। कहंदे जी नहीं जी, कीर्तन जरूर कर देना। आनंद ही नहीं असीं वर्णन कर सकते कि अंदर किन्ना क आनंद आ गया है। वो फल महाराज जी ने, तुसीं बहुत फल ने बाणी दे विच लिखे, पर फल वस्तु की है कि फल गुण, जो शुभ गुण हैं, जो उस अकाल पुरख का मिलाप कराउंदे हन,
ਉਸੇ ਨੂੰ ਫਲ ਕਿਹਾ ਜਾਂਦਾ ਹੈ। ਇੱਕ ਵੀ ਸ਼ੁਭ ਗੁਣ ਤੁਸੀਂ ਅੰਦਰ ਰਾਜੇ ਧਾਰਨ ਕਰ ਲਵੋ। ਸਾਡੇ 'ਚ ਗੁਣ ਨਹੀਂ ਹੈ, ਕਿਉਂਕਿ ਬਾਣੀ ਨੇ ਕਹਿ ਦਿੱਤਾ ਕਿ ਹਮ ਅਵਗਣ ਭਰੇ ਏਕ ਗੁਣ ਨਾਹੀ, ਹਮੇ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਹੀ, ਹੈ ਨਾ ਜੀ। ਕਿਉਂਕਿ ਜੇ ਸਾਡੇ ਵਿੱਚ ਕੋਈ ਗੁਣ ਹੋਵੇ ਤੇ ਅਸੀਂ ਇਸ ਅੰਮ੍ਰਿਤ ਬਾਣੀ ਨੂੰ ਛੱਡ ਕੇ ਬਿਉ ਰੂਪ ਦੁਨੀਆ ਦੀਆਂ ਗੱਲਾਂ ਕਿਉਂ ਖਾਂਦੇ ਆ। ਅਸੀਂ ਜੇ ਗੁਣ ਹੋਣ ਤਾਂ ਅਸੀਂ ਉਧਰ ਨੂੰ ਚਿੱਤ ਨਾ ਛੱਡਿਆ ਜਾਏ। ਮੈਂ ਇੱਕ ਗੁਣ ਦੀ ਗੱਲ ਉਦੋਂ ਵੀ ਕੀਤੀ ਸੀ ਕਿ ਗੁਣ ਤਾਂ ਬਹੁਤ, ਦਇਆ ਵੀ ਇੱਕ ਗੁਣ ਹੈ। ਦਇਆ ਕੀ ਇੱਕ ਗੁਣ ਹੈ। ਦਇਆ ਹੈ, ਧਰਮ ਹੈ, ਵਿਚਾਰ ਹੈ, ਸਰਵਣ ਹੈ, ਮੰਨਣ ਹੈ, ਨਿਧਿਆਸਨ ਹੈ, ਤਤਵ ਦਾ ਸੋਧਨ ਹੈ, ਸੇਵਾ ਹੈ, ਸਿਮਰਨ ਹੈ ਨਾ ਜੀ। ਇਹ ਜਿਹੜਾ ਬਾਣੀ ਪੜ੍ਹਨੀ ਹੈ ਇਹ ਸ਼ੁਭ ਗੁਣ ਨੇ। ਇਹੋ ਜਿਹਾ ਕੋਈ ਵੀ ਸ਼ੁਭ ਗੁਣ ਸਾਡੇ ਅੰਦਰ ਪ੍ਰਵੇਸ਼ ਕਰ ਜਾਵੇ, ਇੱਕ ਵੀ ਕਰ ਜਾਵੇ, ਪਰ ਇੱਕ ਵੀ ਸਾਡੇ ਅੰਦਰ ਨਹੀਂ ਹੈ। ਕਿਉਂ ਨਹੀਂ ਹੈ? ਜਿੱਦਾਂ ਹੁਣ ਇੱਕੋ ਹੀ ਹੈ, ਇੱਕ ਪ੍ਰੇਮ ਨੂੰ ਹੀ ਅਸੀਂ ਗੁਣ ਮੰਨ ਲਿਆ। ਕਿਸ ਨੂੰ? ਇੱਕ ਪ੍ਰੇਮ ਨੂੰ ਅਸੀਂ ਗੁਣ ਮੰਨ ਲਿਆ। ਜੇ ਪ੍ਰੇਮ ਇੱਕ ਗੁਣ ਹੈ ਤੇ ਤੇਰੇ ਅੰਦਰ ਹੈ ਕਿ ਮੇਰੇ ਅੰਦਰ ਜੀ ਪ੍ਰੇਮ ਹੈ, ਮੇਰੇ ਅੰਦਰ ਕੀ ਹੈ? ਪ੍ਰੇਮ ਹੈ, ਮੇਰੇ ਅੰਦਰ ਇਹ ਗੁਣ ਹੈਗਾ। ਅਗਰ ਤੇਰੇ ਅੰਦਰ ਰਾਜੇ ਇਹ ਗੁਣ ਹੈ, ਇਹ ਗੁਣ ਉਦੋਂ ਤੇਰੇ ਅੰਦਰ ਹੈ ਜਦੋਂ ਤੈਨੂੰ ਇਸ ਸੰਸਾਰ ਦੇ ਵਿੱਚ ਕਿਸੇ ਨਾਲ ਵੀ ਨਫ਼ਰਤ ਨਾ ਹੋਵੇ। ਹਰ ਇੱਕ ਨਾਲ ਤੈਨੂੰ ਕੀ ਹੋਵੇ? ਪ੍ਰੇਮ ਹੋਵੇ। ਜੇ ਨਫ਼ਰਤ ਜਾਗਦੀ ਹੈ ਤਾਂ ਫਿਰ ਅਜੇ ਤੂੰ ਇਸ ਗੁਣ ਤੋਂ ਹੀਣਾ ਹੈ। ਲੇਕਿਨ ਸਾਨੂੰ ਕਿਸੇ ਨਾ ਕਿਸੇ ਦੇ ਨਾਲ ਤਾਂ ਨਫ਼ਰਤ ਆ ਜਾਂਦੀ ਹੈ ਨਾ। ਅਗਰ ਪੂਰਨ ਗੁਣ ਇੱਕ ਵੀ ਸਾਡੇ ਅੰਦਰ ਹੋ ਜਾਵੇ ਨਾ, ਕਿ ਮੈਂ ਇੱਕ ਹੀ ਗੁਣ ਤੁਸੀਂ ਧਾਰਨ ਕਰ ਲਵੋ, ਇੱਕ ਪ੍ਰੇਮ ਕਰ ਲਓ ਜਾਂ ਦਇਆ ਕਰ ਲਵੋ, ਕੋਈ ਵੀ ਕਰ ਲਵੋ ਤੁਸੀਂ ਇਹ ਗੁਣ। ਅਗਰ ਪ੍ਰੇਮ ਇੱਕ ਗੁਣ ਹੈ, ਜਿਸ ਦਿਨ ਉਹ ਗੁਣ ਤੇਰੇ ਅੰਦਰ ਪੂਰਨ ਹੋ ਗਿਆ ਨਾ, ਤੇ ਉਸ ਦਿਨ ਦਸ਼ਮੇਸ਼ ਜੀਆਂ ਦਾ ਵਚਨ ਸਫਲ ਹੈ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿਉਂਕਿ ਉਹ ਦੀ ਪੂਰਨ ਖਲਕਤ ਦੇ ਵਿੱਚ ਉਹ ਰਮਿਆ ਹੋਇਆ ਕਿ ਸਭੇ ਘਟ ਆਰਾਮ ਬੋਲੇ, ਆਰਾਮਾ ਬੋਲੇ, ਆਰਾਮ ਬਿਨਾ ਕੋ ਬੋਲੇ ਰਹੇ। ਹਰ ਇੱਕ ਦੇ ਅੰਦਰ ਉਹ ਰਮਿਆ ਪਿਆ ਹੈ। ਸਾਨੂੰ ਪਤਾ ਵੀ ਸਾਰਿਆਂ ਨੂੰ ਹੈ ਕਿ ਸਾਰਿਆਂ 'ਚ ਉਹਦੀ ਜੋਤ ਹੈ, ਪਰ ਫਿਰ ਵੀ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਰਦੇ ਹਾਂ। ਉਹ ਨਫ਼ਰਤ ਦੇ ਵਾਸਤੇ ਮੈਂ ਕਈ ਦਫਾ ਬੋਲ ਦਿੰਦਾ ਹੈ, ਉਹਨੂੰ ਇੱਕ ਰਾਜੇ ਨਫ਼ਰਤ ਲੈ ਕੇ ਨਾ ਚਲੋ। ਕੀ ਹੈ ਕਿ ਚਲੋ ਕੋਈ ਨਹੀਂ, ਉਹਦੇ ਨਾਲ ਹੋ ਗਈ, ਉਹਦੇ ਨਾਲ ਹੋ ਗਈ, ਇੰਨੀ ਕੁ ਗੱਲ ਦੇ ਪਿੱਛੇ ਉਸ ਗੱਲ ਨੂੰ ਕਦੇ ਵੀ ਛੱਡੋ ਨਾ। ਥੋੜਾ ਜਿਹਾ ਗਹਿਰਾਈ ਨਾਲ, ਮੈਂ ਪਰਸੋਂ ਕਥਾ ਕਰਦੇ ਸੀ ਤਾਂ ਉਸ ਦਿਨ ਬੋਲੇ ਸੀ ਥੋੜਾ ਸਾ ਪਾਰ ਕਿ ਹਾਂ ਉਹ ਚੀਜ਼ ਕੀ ਹੈ। ਜਿੱਦਾਂ ਤੁਹਾਡਾ ਘਰ ਹੈ ਨਾ ਜੀ, ਤੁਹਾਡੇ ਘਰ ਦੇ ਵਿੱਚੋਂ ਰਾਜੇ ਇੱਕ ਬੰਦੇ ਦਾ ਕਤਲ ਹੋ ਜਾਵੇ। ਕੀ ਹੈ? ਇੱਕ ਜਾਣੇ ਦਾ ਕਤਲ ਹੋ ਗਿਆ। ਮੰਨ ਲਓ ਇੱਕ ਕਤਲ ਹੋਇਆ ਤੇ ਤੁਹਾਡਾ ਘਰ ਕੀ ਤੇ ਤੁਹਾਡੇ ਰਿਸ਼ਤੇਦਾਰ ਤੇ ਤੁਹਾਡੇ ਜਿੰਨੇ ਸੰਗੀ ਸਾਥੀ ਆ, ਉਹ ਸਾਰਿਆਂ ਦੇ ਮਨ ਵਿੱਚ ਇਹ ਗੱਲ ਆ ਜਾਣੀ ਹੈ ਕਿ ਜਿੰਨਾ ਚਿਰ ਉਸ ਬੰਦੇ ਨੂੰ ਜਾਂ ਤਾਂ ਉਹਨਾਂ ਦਾ ਬੰਦਾ ਮਾਰੀਏ ਤੇ ਜਾਂ ਉਹ ਬੰਦੇ ਨੂੰ ਜੇਲ੍ਹ 'ਚ ਨਹੀਂ ਬੰਦ ਕਰ ਦਿੰਦੇ ਅਸੀਂ, ਤੇ ਉਹਨਾਂ ਚਿਰ ਸਾਡੇ ਮਨ ਨੂੰ ਕੀ ਹੈ? ਸ਼ਾਂਤੀ ਨਹੀਂ ਆਉਣੀ। ਇੱਕ ਬੰਦਾ ਕੀ ਹੋਇਆ? ਕਤਲ ਹੋਇਆ, ਤੇ ਨੌਬਤ ਕਿੱਥੋਂ ਤੱਕ ਸਾਰਾ ਪਰਿਵਾਰ ਉਸੇ ਪਾਸੇ ਨੂੰ ਬਿਰਤੀ ਲੈ ਗਿਆ ਨਾ। ਬੇਨਤੀ ਇਹ ਕਰ ਰਹੇ ਹਾਂ ਕਿ ਇੱਕ ਕਤਲ ਹੋਣ ਦੇ ਨਾਲ ਤੇ ਸਾਰਾ ਪਰਿਵਾਰ ਇੰਨੇ ਜੋਸ਼ ਵਿੱਚ ਆ ਗਿਆ ਹੈ। ਦੂਸਰੇ ਪਾਸੇ ਕੀ ਹੋ ਰਿਹਾ ਹੈ ਕਿ ਜਿਹੜੀ ਸਾਡੇ ਅੰਦਰ ਆ ਜੇ ਨਫ਼ਰਤ ਆ ਜਾਂਦੀ, ਈਰਖਾ ਆ ਜਾਂਦੀ, ਹੰਕਾਰ ਆ ਜਾਂਦਾ ਹੈ ਨਾ ਜੀ। ਕੋਈ ਵੀ ਚੀਜ਼ ਅਸੀਂ ਅੰਦਰਲੀ ਆਪ ਦਾ ਅੰਦਰਲਾ ਪਾਸਾ ਨਹੀਂ ਦੇਖ ਰਹੇ। ਇਹ ਦਰਅਸਲ ਦੇ ਵਿੱਚ ਕੋਈ ਆਸਾ, ਤ੍ਰਿਸ਼ਨਾ, ਲੋੜ, ਗਰਜ, ਬਖੀ, ਬਦੀਲੀ, ਇਹ ਸਾਰੀਆਂ ਹੀ ਅੰਦਰੋਂ ਅੰਦਰ ਤੇਰੇ ਉੱਤੇ ਕੀ ਹੈ? ਤਲਵਾਰਾਂ ਚੱਲ ਰਹੀਆਂ ਤੇ ਤੇਰਾ ਕਤਲ ਕਰ ਰਹੀਆਂ ਨੇ। ਕੀ ਕਰ ਰਹੀਆਂ ਨੇ? ਤੇਰਾ ਕਤਲ ਕਰ ਰਹੀਆਂ ਨੇ। ਚਾਹੇ ਤੇਰੇ ਅੰਦਰ ਤ੍ਰਿਸ਼ਨਾ ਦੀ ਤਲਵਾਰ ਚੱਲ ਗਈ ਹੈ ਤੇ ਚਾਹੇ ਈਰਖਾ ਦੀ ਚੱਲ ਗਈ ਕਿਸੇ ਦੇ ਨਾਲ, ਤੇ ਉਸਨੇ ਕੀਤਾ ਕੀ ਹੈ? ਤੇਰੇ ਸਵਾਸਾਂ ਦਾ ਕਤਲ ਕਰ ਦਿੱਤਾ ਹੈ। ਜਿਹੜੇ ਸਵਾਸ ਉਸ ਅਕਾਲ ਪੁਰਖਾਂ ਨੂੰ ਲੱਗਣੇ ਸੀ ਨਾ, ਉਹ ਉਧਰ ਨਹੀਂ ਲੱਗਣੇ ਜੇ। ਉਹਨਾਂ ਦਾ ਕੀ ਹੋ ਰਿਹਾ ਹੈ? ਕਤਲ ਹੋ ਰਿਹਾ ਹੈ। ਜੋ ਸਾਡੇ ਸਵਾਸਾਂ ਦਾ ਨਿੱਧਾ ਪ੍ਰਤੀ ਅੰਦਰੋਂ ਅੰਦਰੀ ਇੰਨਾ ਕੁ ਹੋ ਰਿਹਾ ਹੈ,
उस वास्ते असी खुद भी जोर ला के नहीं जो खुश ते ना ही साडा परिवार इहदे विच साडी हमायत कर रहा है। उल्टा साडा परिवार भी साडा, जे असी असलीयत कोई गुस्सा ना मोने हो, साडा परिवार भी साडा कातल बन गया है। साडा परिवार भी साडा कातल बन गया है। ठीक है ना। इस करके राजे देखो सही, अपने अंदर दा युद्ध देखो तुसी, जिहदे वास्ते असी ये मानस जन्म धारण कीता है कि सानू काहदे वास्ते मिलिया है। ठीक है ना जी। क्योंकि असल दे विच साडे अंदर की होना चाहिए है, शुभ गुण होने चाहिए आ। जिद्दां दया एक शुभ गुण है। की है? दया सर्व शुभ गुण है। दया की चीज है। ठीक है ना जी। दया कि करो तुसी, अगर तुहाडे अंदर दया है, दया कहंदे किहनूं ने पहले गल ते असी इस गल दे उत्ते पहले असी पहुंच जाने आ, जिथे पहले मां नहीं हुंदी ते पुत्त दी पहले गल करदे आ। असी मां नहीं है ते पुत्त दी गल पहले, जे मां ना हुई ते पुत्त कित्थों आउणा दसो मैनूं। भई मां ना होवे तो पुत्त आ सकता है? नहीं ना आ सकता है। इसे तरह असी की कहने कि धर्मां दी गल करदे हां असीं कि मेरा ओ धर्म, मेरा ओ पंथ, मेरा ओ धर्म, मेरा ओ पंथ। क्योंकि सानू पता ही नहीं है कि धर्म चीज की है। सानू असी की एक आ देख के इस नूं कह दिता है कि आ फलाना धर्म ते आ फलाना धर्म है ना जी। इस दे उत्ते नहीं राजे, धर्म की चीज है उन्होंने तुसी गुरु नानक पातशाह जी ने जपजी साहब दे विच लिख दिता है कि धौल धर्म दया का पूत। धौल धर्म दया का पूत। दया दे पुत्र दा नाम की है? धर्म है। दया दे पुत्र दा नाम की है? धर्म है। इहदा मतलब धर्म दी मां कौन है? दया है। जिस बंदे दे अंदर दया ही नहीं है, वो बंदा कभी धर्मी हो ही नहीं सकता है। जिस दे अंदर दया नहीं है ना, वो बंदा कदे भी धर्मी नहीं हो सकता है। यही तुलसी जी ने भी रामायण दे विच लिखिया है कि दया धर्म का मूल है, पाप मूल अभिमान। कि धर्म की जड़ दया है ते पापां दी जड़ हंकार है। पापां दी जड़ की है? हंकार है। दया धर्म का मूल है, पाप मूल अभिमान। तुलसी दया न सोडिए जब लग घट में प्राण। कहंदे दया ना छड्डो। गुरु नानक दे घर दी 10वें जामे फिलॉसफी नूं देख लवो तुसी, गुरु गोबिंद सिंह जी, तां उत्थों भी सिख धर्म कित्थों शुरू कीता उन्होंने। ते जदों अमृत छकाया ते पहला सिख किहड़ा साजिया, उहदा नाम सी भाई दया सिंह। की सी नाम उसदा? भाई दया सिंह। दया तो बाद दे विच दूसरा कौन आया? भाई धर्म सिंह। पहले मां ते फिर पुत। मां तो बिना तो बच्चा नहीं ना आया किते भी। ये तो हो ही नहीं सकता ना कि मां तो बिना बच्चा आ जाए। तो की है? दया है। हुण दया वस्तु दया करनन दुख हरनन उचरन नाम कीर्तने। दयाल पुरख भगवाने नानक लिवतना माया। दया की वस्तु है कि दया नाम है तरस। कि सानू ये तरस नहीं आउंदा कि ये जिहड़ा बेचारा रब नालों टुट के ते किथे ये दुनिया दी गंदियां गल्लां गंदी गंदगी दे विच डिगिया पिया, उस दे उत्ते तरस करके किसी तरीके नाल भी उसनूं उस पासों मोड़ के ते उस वाहिगुरू दे चरनां नाल जोड़ देना, इसनूं दया कहंदे ने। भई उसनूं की है? उस माड़े पासों कढ के ते किधर चंगे पासे उस वाहिगुरू दे नाम दे नाल जोड़ देना। इहदा नाम की है? दया ही है। अगर इहो जी दया साडे अंदर आउंदी है तां उसनूं बाणी च आ पिछला महीना लंघिया है ते ओहदे च लिखिया 860 तीर्थ सगल पुन। एक नहीं दो नहीं 860 860
68 ਤੀਰਥ, 68 ਤੀਰਥਾਂ ਦਾ ਪੁੰਨ ਫਲ ਲਿਖਿਆ। ਸਗਲ ਪੁੰਨ ਤੇ ਸਾਰੇ ਪੁੰਨ ਹੋ ਗਏ ਨੇ। ਕਾਹਦੇ ਨਾਲ ਹੋ ਗਏ? ਜੀ ਦਇਆ ਪ੍ਰਵਾਨ। ਅਗਰ ਇੱਕ ਜੀਵ ਦੇ ਉੱਤੇ ਤੁਸੀਂ ਦਇਆ ਕਰ ਦਿੰਦੇ ਹੋ, ਇੱਕ ਬੰਦੇ ਨੂੰ ਵੀ ਤੁਸੀਂ ਕਿਹਦੇ ਨਾਲ? ਅਕਾਲ ਪੁਰਖ ਦੇ ਨਾਲ ਜੋੜ ਦਿੰਦੇ ਹੋ, ਤਾਂ ਸਮਝ ਲਓ ਸਾਰੇ ਤੀਰਥ ਹੋ ਗਏ ਤੇ ਸਾਰੇ ਹੀ ਪੁੰਨ ਹੋ ਗਏ ਨੇ। ਇੱਕ ਜਾਣੇ ਨੂੰ ਵੀ ਤੁਸੀਂ ਬਚਾ ਲਓ। ਰਾਜੇ ਬਚਾਵਾਂਗੇ ਅਸੀਂ ਤਾਂ ਕਿ ਜੇ ਅਸੀਂ ਖੁਦ ਹੀ ਇਸ ਦਲਦਲ ਦੇ ਵਿੱਚੋਂ ਨਿਕਲੇ ਹੋਵਾਂਗੇ। ਤਾਂ ਜੇ ਅਸੀਂ ਖੁਦ ਹੀ ਨਹੀਂ, ਡਿੱਗਣਾ ਬਹੁਤ ਸੌਖਾ ਹੈ। ਇੱਕ ਖੂਹ ਹੈ, ਉਹਦੇ ਵਿੱਚ ਮਾੜਾ ਜਿਹਾ ਠੇਡਾ ਲੱਗ ਗਿਆ ਤਾਂ ਅਸੀਂ ਡਿੱਗ ਜਾਣਾ ਹੈ। ਉਹਦੇ ਵਿੱਚ ਕੀ ਹੈ? ਮਾੜੇ ਜਿਹੇ ਠੇਡੇ ਨਾਲ ਹੀ ਡਿੱਗ ਜਾਣਾ ਹੈ ਖੂਹ ਦੇ ਵਿੱਚੋਂ, ਪਰ ਮੁੜ ਕੇ ਤੇਰੇ ਵਿੱਚ ਇਹ ਤਾਕਤ ਨਹੀਂ ਕਿ ਤੂੰ ਖੂਹ ਦੇ ਵਿੱਚੋਂ ਆਪਣੇ ਆਪ ਨਿਕਲ ਜਾਵੇਂ। ਡਿੱਗ ਤੂੰ ਆਪੇ ਗਿਆ, ਪਰ ਨਿਕਲਿਆ ਨਹੀਂ ਤੇ ਤੂੰ ਜਾ ਰਿਹਾ, ਤੇ ਤੂੰ ਆਵਾਜ਼ਾਂ ਮਾਰ ਰਿਹਾ ਕਿ ਮੈਨੂੰ ਇਹਦੇ ਵਿੱਚੋਂ ਕੱਢੋ। ਲੇਕਿਨ ਉਹਦੇ ਵਿੱਚੋਂ ਫਿਰ ਨਿਕਲਣ ਦੇ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਦੀ ਲੋੜ ਪਊਗੀ, ਕਿਸੇ ਨਾ ਕਿਸੇ ਦੀ ਲੋੜ ਪਊ। ਉਹ ਤੁਹਾਡੀ ਮਦਦ ਕਰੇ, ਉੱਤੋਂ ਕੋਈ ਰੱਸਾ ਲਮਕਾਵੇ, ਕੁਛ ਵੀ ਕਰੇ ਉਹ, ਤਾਂ ਕੀ ਹੋਊਗਾ? ਫਿਰ ਉਹ ਤੁਹਾਨੂੰ ਖਿੱਚ ਕੇ ਕੱਢ ਸਕਦਾ ਹੈ। ਲੇਕਿਨ ਆਪਣੇ ਆਪ ਨੂੰ ਡਿੱਗਿਆ ਤੂੰ ਆਪੇ ਹੀ ਹੈ ਨਾ। ਇਸੇ ਤਰ੍ਹਾਂ ਬਾਣੀ ਦੇ ਵਿੱਚ ਲਿਖਿਆ ਪਿਆ ਹੈ, ਮਿਥਿਅੰਤ ਦੇਈ ਖਿਨੰਤ ਵਲਣੰਗ। ਮਿਥਿਅੰਤ ਦੇ ਮਿਥਿਆ ਹੈ, ਝੂਠੀ ਹੈ, ਤੇ ਇਹਦਾ ਬਲ ਵੀ ਝੂਠਾ ਜਿਹੜਾ ਰੋਜ਼ ਦੇ ਰੋਜ਼ ਘਟੀ ਜਾਂਦਾ ਪਿਆ ਵਾ। ਮਿਥਿਅੰਤ ਦੇਈ ਖਿਨੰਤ ਵਲਣੰਗ। ਵਰਤੰਤ ਜਰੂਆ, ਵਰਤੰਤ ਜਰੂਆ ਅਤਿਅੰਤ ਮਾਇਆ। ਕਹਿੰਦੇ ਜਰੂਆ ਨਾਮ ਯਾਰ ਵਡੇਪਾ ਜਿਹੜਾ ਹੈ ਉਹ ਦਿਨੋਂ ਦਿਨ ਸਾਡੇ ਵੱਲੋਂ ਤੁਰਿਆ ਹੁੰਦਾ ਹੈ, ਤੇ ਬੰਦੇ ਦਾ ਜਿਹੜਾ ਮਨ ਹੈ ਉਹ ਦਿਨਾਂ ਦਿਨ ਮਾਇਆ ਦੇ ਵਿੱਚ ਜ਼ਿਆਦਾ ਡੂੰਘਾ ਜਾਈ ਜਾਣ ਡਿਆ ਹੈ। ਅਤਿਅੰਤ ਮਾਇਆ, ਅਤਿਅੰਤ ਆਸਾ ਅਥਿਤਿਆ ਭਵਨੰ। ਕਹਿੰਦੇ ਅਤਿਅੰਤ ਆਸਾ, ਇੱਕ ਨਹੀਂ ਦੋ ਨਹੀਂ, ਕਿੰਨੀਆਂ ਕੁ ਆਸਾਂ। ਇਹ ਅਥਿਤੀ ਜਿਹੜਾ ਸਦਾ ਨਹੀਂ ਰਹਿਣ ਵਾਲਾ, ਉਸ ਦੇ ਉੱਤੇ ਨੇ ਪਤਾ ਨਹੀਂ ਕਿੱਡੀ ਕੁ ਭਾਰੀ ਜਿਹੜੀ ਆਸਾ ਦੀ ਪੰਡ ਉਸ ਦੇ ਉੱਤੇ ਮਾਨਸ ਜਨਮ ਦੇ ਉੱਤੇ ਰੱਖ ਦਿੱਤੀ ਹੈ। ਇੱਧਰ ਤਾਂ ਆਸਾਂ ਦੀ ਪੰਡ ਇਹ ਵੱਡੀ ਕਰੀ ਜਾਂਦਾ ਦਿਨੋਂ ਦਿਨ, ਤੇ ਉਧਰ ਕੀ ਹੈ? ਅਗਲੀ ਪੰਕਤੀ 'ਚ ਲਿਖਿਆ, ਗਣਤ ਸੁਆਸਾਂ ਪੈ ਆਣ ਧਰਮੰਗ। ਇਹ ਹਰ ਸੁਆਸ ਨਾਲ ਆਸਾਂ ਦੀ ਪੰਡ ਵੰਡਣੀ ਜਾਂਦਾ ਹੈ, ਤੇ ਉਧਰ ਇੱਕ ਇੱਕ ਦਾ ਸੁਆਸ ਧਰਮਰਾਜ ਗਿਣੀ ਜਾਂਦਾ ਕਿ ਇੰਨੇ ਕੁ ਬਾਕੀ ਰਹਿ ਗਏ ਜੇ। ਗਣੰਤ ਸੁਆਸਾਂ ਪੈ ਆਣ ਧਰਮੰਗ, ਪਤੰਤ ਮੋਹ ਕੂਪ ਦੁਰਲਭਿਆ ਦੇ। ਇਸਨੇ ਕੀ ਕੀਤਾ ਕਿ ਇਸ ਦੁਰਲਭ ਦੇਹ ਨੂੰ ਮੋਹ ਦੇ ਖੂਹ ਵਿੱਚ ਛੁੱਟ ਦਿੱਤਾ ਹੈ, ਜਿੱਥੋਂ ਇਹ ਤੋਂ ਨਿਕਲਿਆ ਨਹੀਂ ਜਾ ਰਿਹਾ। ਤੇ ਅਖੀਰਲੇ ਦਮ ਤੱਕ ਕੀ ਹੈ? ਚਾਹੇ ਕੀ ਕਰਦਾ ਹੈ? ਬੱਚਿਆਂ ਤੱਕ ਉਸੇ ਮੋਹ 'ਚ ਡੁੱਬਿਆ ਇੱਥੋਂ ਦੁਨੀਆ 'ਚੋਂ ਚਲਿਆ ਜਾਂਦਾ ਬੰਦਾ, ਇੱਥੋਂ ਡੁੱਬਿਆ ਚਲਿਆ ਜਾਂਦਾ। ਪਰ ਸਤਿਗੁਰੂ ਜੀਆਂ ਨੇ ਕੀ ਸਮਝਾਇਆ ਕਿ ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੇ ਰਾਖੇ ਹਰ ਹਰ ਏਕ। ਅੰਧਕਾਰ ਦੀ ਪ੍ਰਕਾਸ਼ੇ ਨਾਨਕ ਪਰਮੋ ਦੁਖ ਤੈਂਤੇ ਨਾਸੀ, ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਹੈ ਨਾ ਜੀ, ਕਿ ਉਦਤ ਸ੍ਰੀ ਰਹਿਰਾਸ ਸਾਹਿਬ ਦੇ ਵਿੱਚ ਵੀ ਆਪ ਜੀ ਪੜ੍ਹਦੇ ਹੋ ਕਿ ਪੰਕ ਜੋ ਮੋਹ ਪਗ ਚਾਲੇ ਨਾਹੀ, ਹਮ ਦੇਖਾ ਤੈ ਹੈ ਡੁੱਬੀ ਗਲੇ। ਹੈ ਨਾ ਜੀ, ਕੀ ਹੈ? ਇਹਦੇ ਵਿੱਚ ਅਸੀਂ ਇੱਕ ਨਹੀਂ, ਅਖੀਰ ਨੂੰ ਬੰਦਾ ਇਹਦੇ ਵਿੱਚ ਗਿਰ ਗਿਆ ਹੈ, ਤੇ ਇਹਦੇ ਵਿੱਚ ਕੀ ਆ? ਉਹ ਡੁੱਬ ਗਿਆ, ਉਹਨੂੰ ਨਿਕਲਣਾ ਔਖਾ ਹੋ ਗਿਆ ਹੈ। ਇਸ ਕਰਕੇ ਇਸ ਦੇ ਵਿੱਚੋਂ ਨਿਕਲਣ ਦੇ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਸਵੇਰੇ ਉੱਠਦਿਆਂ ਹੀ ਕਿ ਬਚਨ ਹੈ ਮਹਾਰਾਜ ਜੀਆਂ ਦਾ ਕਿ ਤੂੰ ਸਵੇਰ ਤੋਂ ਹੀ ਉਹ ਸਾਨੂੰ ਕੱਢਣਾ ਸ਼ੁਰੂ ਕਰਦੇ, ਤੇ ਅਸੀਂ ਉਸ ਖੂਹ ਦੇ ਵਿੱਚ ਡਿੱਗਣਾ ਸ਼ੁਰੂ ਕਰਦੇ ਹਾਂ। ਹੈ ਨਾ ਜੀ, ਕਿਉਂ? ਅਸੀਂ ਜਿੱਦਾਂ ਸਾਨੂੰ ਸਤਿਗੁਰੂ ਜੀ ਕੱਢਦੇ ਨੇ, ਉਹ ਬਚਨ ਨੂੰ ਜੇ ਅਸੀਂ ਮੰਨ ਲਈਏ ਤੇ ਅਸੀਂ ਸਵੇਰ ਤੋਂ ਹੀ ਉਤੋਂ ਨਿਕਲਣਾ ਸ਼ੁਰੂ ਕਰ ਲੈਣਾ ਹੈ। ਤੇ ਲੇਕਿਨ ਜੇ ਨਾ ਮੰਨਿਆ ਤਾਂ ਅਸੀਂ ਸਵੇਰੇ ਹਨੇਰੇ ਤੋਂ ਹੀ ਡਿੱਗਣਾ ਸ਼ੁਰੂ ਕਰ ਲੈਣਾ। ਦੋਨੇ ਗੱਲਾਂ ਨੇ। ਮਹਾਰਾਜ ਜੀ ਸਾਨੂੰ ਸਵੇਰੇ ਉੱਠਦਿਆਂ ਨੂੰ ਕੀ ਕਹਿੰਦੇ ਨੇ? ਮਹਾਰਾਜ ਜੀ ਕਹਿੰਦੇ ਕਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਹ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕੱਢ ਰਹੇ ਹੈ ਨਾ ਸਾਨੂੰ ਉਹਦੇ ਵਿੱਚੋਂ, ਦਲਦਲ ਚੋਂ, ਕਿ ਸਵੇਰੇ ਉਠੋ,
इशनान करो ते इशनान तो बाद दे विच की है सिमरन दे विच बह जाओ। कर इशनान सिमर प्रभ अपना मन तन भए अरोगा, है ना जी। मन भी ते तन भी अरोग। जिसदा राजे मन भी अरोग होवे ते तन भी अरोग होवे ते उस दा चेहरा ही देखियो किस रूहानीयत दी रंगण विच तुहानू नजर आऊगा, वो चेहरा ही बखरा होगा। जदों तुहाडे मन नूं भी कुछ दुख लग्या, कोई चिंता है खा रही है, ते तुहाडे चेहरे ते कदी भी रूहानीयत आ ही नहीं सकती। क्यों? उन्हें आउण नहीं देनी फिक्रां ने। अगर ता महाराज जी देखो साडा भला करदे पए ने कि तेरे चेहरे ते भी रूहानीयत होवे ते तेरा मन भी कबल दे फुੱਲ वांगू खिड़िया होवे अंदर, ठीक है ना। कि उन्हों ता महाराज जी कि कर इशनान सिमर प्रभ अपना मन तन भए अरोग। सानू मिठे दा मिठा खाना बहुत औखा है। मिठी केवल एको ही चीज है, वो है सतगुरां दी बाणी, सतगुरां दा नाम, सतगुरां दी बाणी नाम, ठीक है ना। ये है मिठा। इस तो बिना लिखिया है कि सिमरत वेद पुराण पकारन पोथियां। सिमरत 27 सिमरतियां ने, 18 पुराण ने, ठीक है ना। 27 सिमरतियां 18 पुराण पकारन पोथियां, जिन्ने भी बाकी ग्रंथावली है साडी पे पकारन पोथियां वो बार बार पकार के आवाज दे रही ने कि नाम बिना कूड़ गाली होसियां, कि नाम तो बिना जिन्नियां भी गल्लां ने होसियां ने, थोथियां ने, झूठियां ने। पे कादे तो एक नाम तो ओ गल्लां होसियां एक नाम तो बिना ने गल्लां होसियां, एक नाम तो बिना ने। बाणी सानू सतगुर दर्श करते ने, सानू मत देंदे ने कि तुसी क्यों होशियां तोथियां। आम तुसी किसी नाल गल कर दो, कहंदे बंदा बड़ी होशी जी गल करदा है, बड़ी माड़ी गल करदा है।
है ना जी। लेकिन दरअसल दे विच नाम तो बिना कोई भी गल है, वो गल होशी है। थोती ओदी कीमत ही कोई नहीं है। कण बिना जैसे तोथर तुखा, नाम भी हुण सुनने से मुखा। कण बिना कहते जिदा हुण तो देखी दे विच चौल ना होवे ते ओह किहड़े काम दे ने, पराल किसे काम दा है। इसी तरह महाराज कहते जिदा ਉਹ ਤੋਂ ਬਿਨਾ खाली है, इस तरह कहते ਜਿਹੜੇ ਸਾਡੇ ਮੁਖ ਨੇ ਉਹ ਨਾਮ ਤੋਂ ਬਿਨਾ ਤੂੰਆਂ ਵਰਗੇ ਨੇ। ਵੀ ਮੈਂ ਉੱਥੇ ਰਹਿਤਨਾਮੇ ਦੀ ਵੀ ਪੰਕਤੀ ਬੋਲ ਦਿੰਦਾ ਹੈ ਕਿ ਹਾਂ ਸਿੱਖ ਗੁਰੂ ਕੋ ਹੋਏ ਗਏ ਹੋ, ਕਿ ਮੈਂ ਗੁਰੂ ਦਾ ਸਿੱਖ ਹਾਂ। ਕਿਸੇ ਵੀ ਧਰਮ ਦੀ ਗੱਲ ਹੈ, ਹਰ ਆਪਣੇ ਧਰਮ 'ਚ ਆਪਣੇ ਆਪਣੇ ਗੁਰੂ ਦਾ ਸਿੱਖ ਹੈ। ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਾ ਕੀਨ, ਕਹਿੰਦੇ ਹੋਵੇ ਤੂੰ ਸਿੱਖ ਗੁਰੂ ਨਾਨਕ ਦਾ ਤੇ ਤੈਨੂੰ ਜ਼ਿੰਦਗੀ 'ਚ ਇੱਕ ਜਪਜੀ ਸਾਹਿਬ ਵੀ ਕੰਠ ਨਾ ਹੋਵੇ। ਸਿੱਖ ਗੁਰੂ ਕਾ ਹੋਏ ਗਏ ਹੋ ਜਪਜੀ ਕੰਠ ਨਾ ਕੀਨ, ਤੰਦਲ ਬਿਨ ਤੁਕ ਕਾਮ ਕੇ ਐਸੇ ਸਿੱਖ ਕੋ ਚੀਨ। ਕਹਿੰਦੇ ਜਿੱਦਾਂ ਉਹ ਤੋਹਾਂ ਦੀ ਗੱਲ ਕੀਤੀ ਹੈ, ਚੌਲਾਂ ਤੋਂ ਬਿਨਾਂ ਉਹ ਕਿਹੜੇ ਕੰਮ ਡੰਗਰਾਂ ਥੱਲੇ ਪਾਏ ਜਾਂਦੇ ਨੇ, ਬਿਨਾਂ ਥੱਲੇ ਡੰਗਰਾਂ ਥੱਲੇ ਪਾਏ ਜਾਂਦੇ ਨੇ ਉਹ। ਇਸੇ ਤਰ੍ਹਾਂ ਜਿਹਦੇ ਅੰਦਰ ਰਾਜੇ ਪਰਮੇਸ਼ਰ ਦਾ ਨਾਮ ਨਹੀਂ ਹੈ, ਇਹਦੇ ਵਾਸਤੇ ਹੀ ਸਾਨੂੰ ਕੀ ਦਿੱਤਾ ਗਿਆ ਹੈ, ਇਹ ਮਾਨਸ ਜਨਮ ਕਾਹਦੇ ਲਈ ਦਿੱਤਾ। ਪਹਿਲੇ ਤਾਂ ਇਹ ਦੇਖ ਲਓ ਉਹਨੂੰ ਕਿ ਭਈ ਪ੍ਰਾਪਤ ਮਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਕਿ ਇਹ ਤੈਨੂੰ ਇੱਕ ਸਮਾਂ ਦਿੱਤਾ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਮੇਲ ਕਰ ਲੈ, ਉਹਦੇ ਨਾਲ ਮੇਲ ਕਰ ਲੈ। ਕਿਉਂ ਕਿ ਇਸ ਜਨਮ ਤੋਂ ਬਿਨਾ ਅੱਗੇ ਤੇਰਾ ਕਿਸੇ ਹੋਰ ਜਨਮ ਦੇ ਵਿੱਚ ਮੇਲ ਨਹੀਂ ਹੋਣਾ ਜੀ। ਇਸ ਤੋਂ ਬਿਨਾ ਹੋਰ ਕਿਉਂ ਨਹੀਂ ਹੋਣਾ। ਮੈਂ ਥੋੜਾ ਜਿਹਾ ਟੂਕੀ ਦੇਣੀ ਹੈ। ਇਸ ਤੋਂ ਬਿਨਾ ਕਿੰਨੇ ਕੁ ਜਨਮ ਨੇ? 83,99,999 ਜੂਨਾ ਇਸ ਤੋਂ ਬਿਨਾ ਜੇ 84 ਲੱਖਵੀਂ ਇਹ ਹੋ ਗਈ ਹੈ, ਮਾਨਸ ਜਨਮ ਹੋ ਗਿਆ ਹੈ ਨਾ। ਲੇਕਿਨ 83,99,999 ਜੂਨਾ, ਉਹਨਾਂ ਵਿੱਚੋਂ ਮੈਨੂੰ ਐ ਤੁਸੀਂ ਦੱਸੋ ਸਾਰੇ ਜਾਣੇ ਕਿ ਚਾਹੇ ਉਹ ਮੱਝ ਹੈ, ਗਊ, ਬੱਕਰੀ, ਭੇਡ, ਸੂਰ, ਗਧਾ, ਕੁੱਤਾ, ਕੋਈ ਵੀ ਜੂਨ ਹੈ ਕਿ ਕਿਸੇ ਜੂਨ ਨੂੰ ਅਧਿਕਾਰ ਹੋਵੇ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰਦੁਆਰਾ ਸਾਹਿਬ ਹੈ ਜਾਂ ਵੈਸੇ ਵੀ ਹੋਇਆ, ਕਿ ਉਸ ਨੂੰ ਉਹ ਗੇਟ ਲੰਘਣ ਦਾ ਅਧਿਕਾਰ ਹੈ? ਕਿਸੇ ਜੂਨ ਦੀ ਗੱਲ ਲਾਓ ਉਹਨੂੰ। ਇਹ ਨਾ ਸੋਚੋ ਕਿ ਜੂਨਾ ਕੀ ਨੇ। ਮੈਂ ਸਿਰਫ ਦੇਖੋ ਕਿ ਤੁਹਾਡੇ ਗੁਰਦੁਆਰੇ, ਮੰਦਿਰ, ਮਸਜਿਦ ਦੇ ਵਿੱਚ ਕੀ ਇੱਕ ਡੰਗਰ, ਮੱਝ ਜਾਂ ਕੁੱਤਾ ਜਾਂ ਸੂਰ ਅੰਦਰ ਆ ਗਿਆ ਤੇ ਉਹਨੂੰ ਅੱਗਿਓਂ ਕੀ ਮਿਲਣਾ? ਆਹ ਬੋਲ ਨਹੀਂ ਮਿਲਣੇ, ਉਹਨੂੰ ਕੇਵਲ ਤੇ ਕੇਵਲ ਡੰਡਾ ਜਾਂ ਪੱਥਰ ਮਿਲੂਗਾ ਕਿ ਇਹਨੂੰ ਬਾਹਰ ਕੱਢੋ। ਮੇਰਾ ਕਹਿਣ ਦਾ ਰਾਜੇ ਇਹ ਆ ਕਿ ਜਿੱਥੇ 83,99,999 ਜੂਨਾਂ ਨੂੰ ਜਿੱਥੇ ਅੰਦਰ ਆਉਣ ਦਾ ਵੀ ਹੁਕਮ ਹੈ ਨਹੀਂਗਾ, ਤੇ ਉੱਥੇ ਤੁਹਾਨੂੰ ਰੱਜ ਕੇ ਬੈਠਣ ਦਾ ਹੁਕਮ ਹੈ। ਤੇ ਇਹਨੂੰ ਇੰਨਾ ਹੀ ਨਹੀਂ ਪਤਾ ਕਿ ਇਹ ਜਨਮ ਮੈਨੂੰ ਕਾਹਦੇ ਵਾਸਤੇ ਉਹਨਾਂ ਤੋਂ ਵੱਖਰਾ ਦਿੱਤਾ ਹੈ। ਸਿਰਫ ਮੈਂ ਕਈ ਦਫਾ ਬੋਲਦਾ ਹੁੰਦਾ, ਬੰਦੇ ਵਿੱਚ ਤੇ ਡੰਗਰ ਦੇ ਵਿੱਚ 4 ਗੱਲਾਂ ਇੱਕੋ ਜੀਆਂ ਨੇ। ਬੰਦੇ 'ਚ ਤੇ ਡੰਗਰ 'ਚ 4 ਗੁਣ ਇੱਕੋ ਜਿਹੇ ਨੇ। ਇੱਕੋ ਹੀ ਗੁਣ ਹੈ ਜਿਸ ਦੇ ਨਾਲ ਇਹਨੂੰ ਬੰਦਾ ਕਿਹਾ ਜਾਂਦਾ ਹੈ। 4 ਗੁਣ ਕਿਹੜੇ ਇੱਕੋ ਜਿਹੇ ਨੇ? ਨਿੰਦਰਾ ਭੋਜਨ ਭੋਗ ਪੈ ਪਸ਼ ਪੁਰਖ ਸਮਾਨ ਬਰਾਬਰ। ਸੌਨੇ ਰਾਜੇ ਤੁਸੀਂ ਵੀ ਜੇ ਤੇ ਸੌਂਦਾ ਡੰਗਰ ਵੀ ਜੇ। ਬੋਲੋ ਸੌਨੇ ਆ ਨਾ, ਅਸੀਂ ਵੀ ਸੌਨੇ ਆ ਤੇ ਸੌਂਦਾ ਡੰਗਰ ਵੀ ਹੈ। ਪਰ ਇਹ ਵਾਹਿਗੁਰੂ ਸਾਡੇ ਨਾਲ ਉਹ ਚੰਗਾ ਹੈ, ਜੋ ਕੁਛ ਸਾਡੇ ਸੌਣ ਦੇ ਉੱਤੇ ਕਰੋੜਾਂ ਲੱਖਾਂ ਰੁਪਈਆ ਖਰਚ ਹੁੰਦਾ ਉਹਦੇ ਤੇ ਨਹੀਂ ਹੁੰਦਾ ਜੇ। ਕਿੰਨਾ ਕੁ ਪੈਸਾ ਖਰਚਾ, ਉਹਨੂੰ ਕੋਈ ਬੈੱਡ ਬੁੱਡ ਤਾਂ ਨਾ ਮਿਲੇ ਵਿਚਾਰੇ ਨੂੰ, ਹੈ ਨਾ ਜੀ। ਲੇਕਿਨ ਚਲੋ ਹੁਣ ਜ਼ਿੰਦਗੀ ਉਹ ਵੀ ਕੱਟ ਰਿਹਾ ਹੈ। ਤੋ ਨਿੰਦਰਾ ਭੋਜਨ। ਦੂਜੀ ਗੱਲ, ਰੋਟੀ ਰਾਜੇ ਤੁਸੀਂ ਵੀ ਖਾਂਦੇ ਜੇ ਤੇ ਰੋਟੀ ਡੰਗਰ ਵੀ ਖਾਂਦਾ ਜੇ। ਉਹ ਪੱਠੇ ਖਾ ਲੈਂਦਾ ਹੈ, ਤੁਸੀਂ ਲੰਗਰ ਛਕ ਲਿਆ ਹੈ ਨਾ ਜੀ। ਲੇਕਿਨ ਤੀਸਰੀ ਗੱਲ, ਭੋਜਨ ਭੋਗ। ਗ੍ਰਿਸ਼ਤੀ ਤੁਸੀਂ ਵੀ ਜੇ ਤੇ ਗ੍ਰਿਸ਼ਤੀ ਡੰਗਰ ਵੀ ਹੈ, ਬੱਚੇ ਉਹਦੇ ਵੀ ਹੈ ਤੇ ਬੱਚੇ ਤੁਹਾਡੇ ਵੀ। ਪਰ ਜਿੱਦਾਂ ਸਾਡਾ ਮੋਹ ਇਦਾਂ ਉਹਨਾਂ ਦਾ ਮੋਹ ਨਹੀਂ ਗਾ, ਹੈ ਨਾ ਜੀ। ਚੌਥੀ ਗੱਲ, ਭੈ। ਡਰਦਾ ਡੰਗਰ ਵੀ ਹੈ ਤੇ ਡਰਦੇ ਤੁਸੀਂ ਵੀ ਜੇ। ਡਰ ਦੋਨਾਂ ਨੂੰ ਹੀ ਹੈ।
ਇੱਕ ਗੁਣ ਕਿਹੜਾ ਜ਼ਿਆਦਾ ਹੈ ਸਾਡੇ 'ਚ? ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਣ। ਨਰਨ ਗਿਆਨ ਸਿਰਫ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਮੈਂ ਬੰਦੇ ਨੂੰ ਇੱਕੋ ਹੀ ਗੁਣ ਵੱਧ ਦਿੱਤਾ, ਉਹਨੂੰ ਗਿਆਨ ਦਿੱਤਾ ਹੈ ਕਿ ਤੈਨੂੰ ਇਹ ਜ਼ਿੰਦਗੀ ਤਾਂ ਦਿੱਤੀ ਹੈ ਕਿ ਤੂੰ ਸਤ ਸੰਗ ਕਰਕੇ ਤੇ ਆਪਣਾ ਜੀਵਨ ਸਫਲਾ ਕਰ ਲੈ, ਜਿਹੜਾ ਬਾਕੀ ਜੂਨਾਂ ਦੇ ਵਿੱਚ ਨਹੀਂ ਹੋ ਰਿਹਾ। ਤੇ ਜੇ ਕਹਿੰਦੇ ਤੂੰ ਆ ਸਤ ਸੰਗ ਨਹੀਂ ਕਰ ਸਕਦਾ ਤੇ ਫਿਰ ਕਹਿੰਦੇ ਤੇਰੇ 'ਚ ਤੇ ਪਸ਼ੂ ਦੇ ਵਿੱਚ ਕੋਈ ਫਰਕ ਨਹੀਂ ਹੈ। ਤੇਰੇ 'ਚ ਤੇ ਪਸ਼ੂ 'ਚ ਸਿਰਫ ਬਾਕੀ ਦਾ ਕੰਮ ਉਹ ਵੀ ਕਰ ਰਹੇ ਆ ਨਾ ਬਰਾਬਰ, ਸਿਰਫ ਉਹਦੇ ਕੋਲ ਆਹ ਕੰਮ ਨਹੀਂ ਹੋ ਰਿਹਾ ਹੈ। ਤੇ ਜੇ ਤੂੰ ਵੀ ਨਹੀਂ ਇਹ ਕਰਦਾ ਤੇ ਫਿਰ ਤਾਂ ਉਹੀ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਨਾ ਜੀ। ਲੋਕ ਪਚਾਰਾ ਕਰੇ ਦੇਣ ਰਾਤ ਹੈ ਨਾ ਜੀ। ਇਹ ਕੀ ਹੈ? ਇਹ ਸਿਰਫ ਦੇਖਣ ਦੇ ਵਾਸਤੇ ਅਸੀਂ ਲੱਗਦੇ ਹਾਂ ਕਿ ਅਸੀਂ ਮਨੁੱਖ ਹੈ, ਪਰ ਅਸਲ ਦੇ ਵਿੱਚ ਹੈ ਕੀ ਹੈ? ਉਹ ਤੇਰੇ ਕੰਮ ਪਸ਼ੂਆਂ ਦੇ ਬਾਰੇ ਦੇਖਣੇ ਮਨੁੱਖ ਲੱਗਦਾ, ਤੇ ਕੰਮ ਪਸ਼ੂਆਂ ਜੀ ਬਾਰੇ ਦੇਖਣੇ ਮਨੁੱਖ ਲੱਗਦਾ। ਕਿਸੇ ਜਗ੍ਹਾ ਦੇ ਉੱਤੇ ਬੰਦੇ ਦੇ ਨਾਲੋਂ ਇੱਕ ਦੂਜੀ ਜੂਨ ਨੂੰ ਵੀ ਚੰਗਾ ਕਿਹਾ ਬੁੱਲੇ ਸ਼ਾਹ ਫਕੀਰ ਨੇ। ਕੁੱਤੇ ਦੀ ਉਪਮਾ ਕੀਤੀ ਗਈ। ਬੁੱਲਿਆ ਰਾਤੀ ਜਾਗੇ ਦਾਵੇਂ ਕਿ ਘੜੀ ਕ ਰਾਤ ਨੂੰ ਜਾਗ ਲਿਆ ਤੇ ਮੈਂ ਬੜਾ ਸੇਖ ਤੇ ਮੈਂ ਸੰਤ ਬਣ ਗਿਆ। ਕਹਿੰਦੇ ਰਾਤੀ ਜਾਗਣ ਕੁੱਤੇ ਤੈਂ ਕੁਨ ਕੁੱਤੇ। ਕਹਿੰਦੇ ਰਾਤ ਨੂੰ ਤਾਂ ਕੁੱਤੇ ਵੀ ਜਾਗਦੇ ਨੇ ਪਰ ਤੇਰੇ ਤੋਂ ਚੰਗੇ ਨੇ। ਕਿਉਂ ਚੰਗੇ ਨੇ? ਕਹਿੰਦੇ ਉਹ ਸਾਰੀ ਰਾਤ ਪਹਿਰਾ ਦੇਵਨ। ਕੁੱਤਾ ਘਰ 'ਚ ਰੱਖਿਆ ਹੁੰਦਾ ਹੈ, ਪਹਿਰਾ ਦਿੰਦਾ ਘਰੇ। ਉਹ ਸਾਰੀ ਰਾਤ ਪਹਿਰਾ ਦੇਵਨ, ਚੜੇ ਦਿਨ ਸੌਣ ਅਰੂੜੀ ਉੱਤੇ ਤੈਂ ਕੁਨ ਉੱਤੇ। ਤੇ ਕਹਿੰਦੇ ਸਾਰੀ ਰਾਤ ਪਹਿਰਾ ਦੇ ਕੇ ਤੇ ਦਿਨ ਚੜ੍ਹਦਾ ਤੇ ਰੂੜੀ ਤੇ ਪੈ ਕੇ ਗੁਜ਼ਾਰਾ ਕਰ ਲੈਂਦੇ ਜੇ। ਤੇ ਬੰਦਾ ਸੋਹਣੇ ਸੋਹਣੇ ਬਿਸਤਰਿਆਂ ਤੇ ਪੈ ਕੇ ਵੀ ਰਾਤ ਦਿਨ ਤੇ ਉਹਦਾ ਪਹਿਰਾ ਨਹੀਂ ਦੇ ਰਿਹਾ ਆਪਣੇ ਮਾਲਕ ਦਾ। ਉਹ ਰੂੜੀਆਂ ਤੇ ਪੈ ਕੇ ਵੀ ਆਪਣੇ ਮਾਲਕ ਦਾ ਪਹਿਰਾ ਦੇ ਰਿਹਾ ਵਾ। ਉਹ ਆਪਣੇ ਸਾਈਂ ਦਾ ਦਰ ਨਾ ਛੋਡਣ, ਭਾਵੇਂ 6 ਵਾਰੀ ਪਿਆ ਕੁੱਤੇ ਤੈਂ ਕੋਲ ਉੱਤੇ। ਜਿਹੜਾ ਕੁੱਤਾ ਤੁਸੀਂ ਘਰ ਰੱਖਿਆ ਹੁੰਦਾ ਨਾ,
ਉਹਨੂੰ ਇੱਕ ਦਿਨ ਦੇ ਵਿੱਚ 6 ਵਾਰੀ ਤੁਸੀਂ ਡੰਡੇ ਮਾਰ ਦਿਓ, ਉਹ ਇੱਧਰਲੇ ਮੰਜੇ ਥੱਲੇ ਉਧਰਲੇ ਮੰਜੇ ਥੱਲੇ ਤੇ ਉਧਰ ਲਿਆਉਂਦੇ ਇੱਧਰ, ਉਹ ਕਿਤੇ ਹੋਰ ਘਰ ਨਹੀਂ ਜਾਂਦਾ। ਤੇ ਜਿਸ ਨੂੰ ਤੁਸੀਂ ਗੁਰਮੁਖ ਕਹਿੰਦੇ ਹੋ ਨਾ, ਬੰਦਾ ਕਹਿੰਦੇ ਹੋ, ਤੇ ਇਹ ਬੰਦੇ ਦੀ ਹਾਲਤ ਕਿਹੋ ਜਿਹੀ ਹੈ ਕਿ ਇਸ ਬੰਦੇ ਨੂੰ ਅਜੇ ਗੁਰੂ ਨੇ ਕੁਛ ਨਹੀਂ ਕਿਹਾ ਕਿ ਗੁਰਦੁਆਰੇ ਗਿਆ ਤੇ ਉੱਥੇ ਕਿਤੇ ਪ੍ਰਬੰਧਕਾਂ ਨੇ 4 ਗੱਲਾਂ ਕਿਤੇ ਕਹਿ ਦਿੱਤੀਆਂ ਨੇ ਇਹਨੇ ਗਏ ਨੂੰ, ਤੇ ਇਹ ਕਹਿੰਦਾ ਬਸ ਤੁਸੀਂ ਉਹ ਸੇਵਾ ਕਰੋ, ਮੈਂ ਘਰੇ ਹੀ ਪਾਠ ਕਰ ਲੂ ਕਰੂੰਗਾ। ਬੋਲੋ ਸਤਿਨਾਮ। ਮਤਲਬ ਕੁੱਤੇ ਨੇ ਤੇ ਮਾਲਕ ਦਾ ਦਰ ਨਹੀਂ ਛੱਡਿਆ, ਡੰਡੇ ਖਾ ਕੇ ਵੀ, ਤੇ ਪਰ ਕੀ ਹੈ, ਬੰਦੇ ਨੇ 4 ਗੱਲਾਂ ਸੁਣ ਕੇ ਹੀ ਤੇ ਆਪਣੇ ਮਾਲਕ ਦਾ ਦਰਵਾਜ਼ਾ ਛੱਡ ਦਿੱਤਾ। ਜੇ ਇੰਨੀ ਕੁ ਸਰਦਾ ਭਾਵਨਾ ਵਾਲੇ ਹੈ, ਉਹਨੂੰ ਤਾਂ ਲਿਖਿਆ ਬੁੱਲੇ ਸ਼ਾਹ ਮੁਰਸ਼ਦ ਮਨਾਲਾ ਘਿਣ, ਨਹੀਂ ਤਾਂ ਬਾਜੀ ਲੈ ਕੇ ਕੁੱਤੇ ਤੈਂਕੁਨ ਉੱਤੇ। ਜੇ ਤਾਂ ਮਾਨਸ ਜਨਮ ਪਾ ਕੇ ਤੇ ਆਪਣਾ ਮੁਰਸ਼ਦ ਖੁਸ਼ ਕਰ ਲਿਆ ਤੇ ਫਿਰ ਠੀਕ ਹੈ, ਨਹੀਂ ਤਾਂ ਤੇਰੇ ਨਾਲੋਂ ਕੁੱਤੇ ਹੀ ਚੰਗੇ ਆ। ਇਹੀ ਇੱਕ ਫਕੀਰ ਨੂੰ ਪੁੱਛ ਲਿਆ ਸੀ, ਰੱਬ ਦੇ ਬੰਦੇ ਨੂੰ ਬੇਸ਼ਵਾ ਨੇ ਪੁੱਛਿਆ, ਅੱਛਾ ਸਵਾਲ ਕੀਤਾ ਉਸਨੇ। ਕੀ ਕਹਿਣ ਲੱਗੀ? ਕਹਿੰਦੀ ਬਾਬਾ ਜੀ ਮੈਨੂੰ ਇੱਕ ਗੱਲ ਦੱਸੋ। ਕਹਿੰਦੇ ਬੇਟਾ ਦੱਸ। ਬਜ਼ੁਰਗ ਹੋਏ ਸੀ ਤਾਂ ਕਹਿੰਦੇ ਦੱਸ। ਕਹਿੰਦੇ ਮੈਨੂੰ ਇੰਨਾ ਦੱਸ ਕਿ ਮੇਰੇ ਕੁੱਤੇ ਦੀ ਪੂਛ ਵੀ ਚਿੱਟੀ ਹੈ ਤੇ ਤੇਰਾ ਦਾੜਾ ਵੀ ਚਿੱਟਾ ਹੈ, ਤੇ ਦੋਨਾਂ ਚੋਂ ਚੰਗਾ ਕੀ ਹੈ? ਬੋਲੋ। ਕਿ ਮੇਰੇ ਕੁੱਤੇ ਦੀ ਪੂਛ ਵੀ ਚਿੱਟੀ ਹੈ ਤੇ ਐ ਬਾਬਾ ਜੀ ਤੇਰਾ ਦਾੜਾ ਵੀ ਚਿੱਟਾ ਹੈ, ਤੇ ਮੈਨੂੰ ਐ ਤਾਂ ਦੱਸੋ ਕਿ ਦੋਨਾਂ ਦੇ ਵਿੱਚੋਂ ਚੰਗਾ ਕੀ ਹੈ? ਤਾਂ ਫਕੀਰ ਨੇ ਕੀ ਆਖਿਆ? ਕਹਿੰਦੇ ਪੁੱਤ ਅਜੇ ਅਸੀਂ ਇਹ ਗੱਲ ਨਹੀਂ ਕਰ ਸਕਦੇ। ਦੇਖੋ ਜਿਹੜਾ ਕੋਈ ਮਾਲਕ ਹੁੰਦਾ ਰੂਹਾਨੀਆਂ ਚ, ਅਸ ਤਾਂ ਫਟਾਫਟ ਕੋਈ ਗੱਲ ਪੁੱਛੋ, ਹਾਂ ਮੈਂ ਦੱਸਦਾ, ਇੱਥੇ ਨਹੀਂ ਹੈ, ਇਹ ਐਵੇਂ ਛੋਟੀਆਂ ਥੋਥੀਆਂ ਗੱਲਾਂ ਨੇ। ਤਾਂ ਉਹ ਕਹਿੰਦੇ ਜੀ ਫੇਰ? ਕਹਿੰਦੇ ਪੁੱਤਰ ਅੱਜ ਤੋਂ ਤੂੰ ਕੋਈ 28 ਦਿਨ ਨੂੰ ਫੇਰ ਮੇਰੇ ਕੋਲੇ ਆਵੀਂ ਤੇ ਫੇਰ ਤੇਰੇ ਸਵਾਲ ਦਾ ਉੱਤਰ ਮੈਂ ਦੇ ਦੂੰਗਾ। ਉਹ ਦਿਨ ਗਿਣਦੀ ਰਹੀ, ਉਹ ਦਿਨ ਆਇਆ, ਉਹ ਫੇਰ ਆ ਗਈ। ਉਹ ਸਵੇਰੇ ਅੰਮ੍ਰਿਤ ਵੇਲੇ ਆ ਬੈਠੇ ਨੇ ਸੰਤ, ਉਹ ਆਈ ਤਾਂ ਕਹਿੰਦੇ ਆਓ ਬੇਟਾ। ਕਹਿੰਦੇ ਮਹਾਰਾਜ ਮੈਂ ਇੱਕ ਤੁਹਾਡੇ ਤੇ ਸਵਾਲ ਪੁੱਛਿਆ ਸੀ। ਕਹਿੰਦੇ ਹਾਂ। ਕਹਿੰਦੇ ਫਿਰ ਮੈਨੂੰ ਦੱਸੋ, ਮੈਂ ਤੁਹਾਨੂੰ ਪੁੱਛਿਆ ਸੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਆ ਜਾਂ ਤੁਹਾਡਾ ਦਾੜਾ ਚੰਗਾ ਜੇ? ਹਾਂਜੀ ਕਿ ਕੀ ਚੰਗਾ ਹੈ ਦੋਨਾਂ ਚ? ਤਾਂ ਉਸ ਵੇਲੇ ਰਾਜੇ ਫਕੀਰ ਨੇ ਕੀ ਕਿਹਾ? ਕਹਿੰਦਾ ਅੱਜ ਮੇਰਾ ਦਾੜਾ ਚੰਗਾ ਹੈ। ਕੀ ਕਹਿਣ ਲੱਗਿਆ? ਅੱਜ ਮੇਰਾ ਦਾੜਾ ਚੰਗਾ। ਉਹ ਕਹਿਣ ਲੱਗੀ ਬਾਬਾ ਜੀ ਚੰਗਾ ਸੀ ਤਾਂ ਉਦੋਂ ਨਹੀਂ ਮੈਨੂੰ ਕਹਿ ਦਿੰਦੇ ਤੁਸੀਂ? ਕਹਿੰਦੇ ਨਹੀਂ ਬੇਟਾ, ਉਦੋਂ ਅਸੀਂ ਤਾਂ ਨਹੀਂ ਕਿਹਾ, ਅਜੇ ਸਾਡੀ ਇੰਨੀ ਉਮਰ ਬਾਕੀ ਸੀ, ਅੱਜ ਅਸੀਂ ਤੁਰ ਜਾਣਾ। ਹੋ ਸਕਦਾ ਸੀ ਇੰਨੇ ਦਿਨਾਂ ਦੇ ਵਿੱਚ ਕੁਛ ਵੀ ਸਾਡੇ ਤੋਂ ਰਸਨਾ ਤੋਂ ਮਾੜਾ ਚੰਗਾ ਬੋਲਿਆ ਜਾਂਦਾ ਤਾਂ ਸਾਡੀ ਦਾੜੀ ਨੂੰ ਦਾਗ ਲੱਗ ਜਾਣਾ ਸੀ। ਬੋਲੋ। ਤੇ ਸਾਡੇ ਦਾੜੇ ਨੂੰ ਦਾਗ ਲੱਗ ਜਾਣਾ ਸੀ, ਵੀ ਤੇਰੇ ਕੁੱਤੇ ਦੀ ਪੂਛ ਹੀ ਚੰਗੀ ਸੀ ਸਾਡੇ ਦਾੜੇ ਦੇ ਨਾਲੋਂ। ਇਸ ਕਰਕੇ ਰਾਜੇ ਇਹ ਜਿਹੜੀ ਖੇਤੀ ਇਹੋ ਜਿਹੀ ਹੈ ਜਿਹਦੀ ਅਖੀਰਲੇ ਸਵਾਸ ਤੱਕ ਵੀ ਸਾਨੂੰ ਡਰ ਰਹਿੰਦਾ ਹੈ, ਭੈ ਰਹਿੰਦਾ ਹੈ। ਤੋ ਜੀਵਨ ਜਿਹੜਾ ਹੈ ਰਾਜੇ ਉਹ ਕਿੱਦਾਂ ਦਾ ਹੋਣਾ ਚਾਹੀਦਾ? ਮੈਂ ਥੋੜਾ ਜਿਹਾ ਟਾਈਮ ਤੇ ਐ ਕਰਕੇ ਲੰਘ ਜਾਂਦਾ ਹੈ, ਇਹ ਰੋਜ਼ ਦਾ ਹੀ ਏਦਾਂ ਹੁੰਦਾ ਹੈ। ਅਜੇ ਸ਼ੁਰੂ ਕਰੀਦਾ ਹੈ, ਘੜੀ ਵੱਲ ਦੇਖੀਦਾ, ਕਹਿੰਦੀ ਹੈ ਘੰਟਾ ਤਾਂ ਹੋ ਵੀ ਗਿਆ, ਹੋ ਗਿਆ ਟਾਈਮ। ਬਸ ਬੋਲਦਿਆਂ ਇਹਨਾਂ ਦੀ ਇਹ ਹੁੰਦਾ ਹੈ ਕਿ ਦੇਸ਼ ਕਾਲ ਤੇ ਵਸਤੂ, ਜਿੱਥੇ 3 ਚੀਜ਼ਾਂ ਦਾ ਪਤਾ ਹੀ ਨਾ ਲੱਗੇ ਕਿ ਟਾਈਮ ਲੰਘ ਕਿੱਦਾਂ ਗਿਆ। ਮੈਂ ਇਸ ਗੱਲ ਦੇ ਨਾਲ ਥੋੜਾ ਜਿਹਾ ਸ਼ੁਰੂ ਕੀਤਾ ਸੀ ਕਿ ਕਰ ਇਸ਼ਨਾਨ ਸਿਮਰ ਪ੍ਰਭ ਮਨ ਤਨ ਪਏ, ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ, ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਪਾਏ। ਗਾਉਣੀ ਵੀ ਰੋਜ਼ ਹੀ ਹੈ, ਪੜ੍ਹਨੀ ਵੀ ਰੋਜ਼ ਵੀ ਹੈ, ਤੇ ਸੁਣਨੀ ਵੀ ਹੈ ਰੋਜ਼। ਜੇ ਕਿਤੇ ਆ ਸਤਸੰਗ ਨਹੀਂ ਮਿਲਦਾ ਹੈ ਤਾਂ ਫਿਰ ਕੀ ਹੈ? ਅੱਜ ਕੱਲ ਬੜੇ ਸਾਧਨ ਨੇ, ਆਪਣੇ ਘਰੇ ਘੰਟਾ ਲਾ ਲਓ, ਕਰੋ ਸਤਸੰਗ ਤੇ ਉਹਨੂੰ ਸੁਣੀ ਚਲੋ। ਸੁਣਨਾ ਹੈ ਨਾ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਚਾਰ ਲੱਗੇ ਹਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਕਥ ਕਹਾਣੀ। ਇਸ ਕਰਕੇ ਕੀ ਹੈ ਰਾਜੇ, 2 ਤਰ੍ਹਾਂ ਦਾ ਸਤਸੰਗ ਹੁੰਦਾ, ਇੱਕ ਬਹਿਰੰਗ ਸਤਸੰਗ ਹੁੰਦਾ, ਦੂਜਾ ਅੰਤਰੰਗ ਸਤਸੰਗ ਹੁੰਦਾ। ਚੱਲ ਰਿਹਾ ਅੰਦਰ, ਉਹਨੂੰ ਮੁੜ ਕੇ ਆਪਣੇ ਘਰ ਬਹਿ ਕੇ ਵੀ ਵਿਚਾਰਿਆ ਕਰੋ। ਤੋ ਸਤ ਸੰਗਤ ਕੈਸੀ ਜਾਣੀ, ਜਿੱਤੇ ਇੱਕੋ ਨਾਮ ਬਖਾਣੀ।
एक नाम जपो, सिमरन करो, बंदगी करो, है ना जी। तो वो बोले सी कि हाँ पिछल राती जागना, नामदान इशनान दरड़ाए, मिठा बोले निभ चले, है ना जी। मिठा बोले निभ चले, हथों दे के भला मनाए। थोड़ा सवना जागना, कहते सौना थोड़ा ते जागना ज्यादा है, असीं उल्ट चलते हैं। थोड़ा सवना जागना, थोड़ा बोलन गुरमत पाए, ते दुनिया दे नाल घट तो घट बोलना है, ते फिर गुरु की गल तेरे पल्ले पै जाऊगी। थोड़ा बोलना गुरमत पाए, है ना। साध संगत मिल गाम दे, रात देहे नित चल चल जाए। ते कहंदे जिथे साध संगत है उधर नूं उठ के रात दिन बिरती तुरनी चाहिए है साडी। साध संगत मिल गाम दे, रात देहे नित चल चल जाए। शब्द सुरत परचा करे, शब्द सुरत परचा करे। ते साडी सुरत परचा खुशी किस नाल करे जिंदगी दे विच, जो गुरां ने सानू नाम दी बख्शिश कीती है। शब्द सुरत परचा करे। अगर तेरी सुरत शब्द दे विच परच जाती है ते वो तेरी सुरत ही नहीं परची है। ते अगे लिखिया सतगुर परचा है। अगर तेरी सुरत गुरु दे दिते शब्द च परच जाती है ते वो देख रहा है कि मेरा सिख मेरे दिते शब्द च परच रहा है, ते तेनू परचदे नू देख के ते वो खुश हो जाता है। सत शब्द सुरत, जिले तेरी सुरत शब्द ना परचा करती है ना, तेनू तो आनंद आना ही है, ते पर तेरा मुर्शद भी खुश हो रहा है। ते तुसी अगर ताड़ी सुरत लगन दे नाल ते खुश गुरु नानक हुंदा होवे, सतगुरु राम सिंह जी खुश हुंदे होण, ते फिर तुसी इधर उधर दीयां गल्लां छड्ड दवो भाई, इधर उधर दीयां गल्लां छड्ड दवो। अगर सतगुर खुश हो गए, सतगुर परचा है, ते कहंदे मन परचाए, ते ओ फिर की करदे, जिले ओ देखिया भी मेरा सिख मेरा नाम जपदा ते मन परचाए, ओ हर तरह की खुशी तुहाडे मन नूं बख्शिश कर देणगे। फिर खुशियां तो आपां क्यों पढ़दे हो रोज कि लख खुशियां पात साहियां, है ना जी। पर कित्थे ने जे सतगुर नदर करे, कित्थे पईयां ने सतगुर दी नदर दे विच पईयां होईयां ने। अगर नदर कर देन तो खुशियां ही हैं, जे नहीं कीती ते फिर कोई नहीं। जिनको नदर करम तनकार, नानक नदरी नदर निहाल। वो एक नदर दे नाल ही तार दिंदे ने, उन्हां दी नदर दे विच ताकत है। ते इस करके पल विच करके नदर मेहर दी बख्शण खुशी खजाने, शाहां दे सिर शाह वडेरे जो उसदे मस्ताने, जिहड़े दीवाने मस्ताने ओहदे बन जांदे ने। आ हुण अगे तो अगे विच आप जिथे अज मैनू खास तौर पर अज भाई प्रदीप सोहनी, माता सुरजीत कौर जी और भाई हरपाल सोहना के दूसरे भरा था, मैनू जोगा सोहनी खनी 10 वारी जिन्होंने लगन होंदी है भाई, हमने 10 वारी सुनेहा कदी गड़बई आए जी कीर्तन जरूर करना है उत्थे भाई। कीर्तन मैं नहीं होंदा है कि चलो श्री हुक्मनामा साहब की कथा करे आइए जाके, जो भी गुरु का हुक्म आना ओदी कथा रोज भोगां दे उत्ते चलदी आ। कहंदे जी नहीं जी कीर्तन जरूर कर देना। कलयुग का प्रधान जिहड़ा थापिया है वो कौन है? कलयुग में कीर्तन प्रधान। कलयुग का प्रधान कौन है? कीर्तन नहीं। पर ये जिहड़ा प्रधान है ना, इहदी गल सुननी है तो उन्होंने अगे लिखिया गुरमुख जपीए लाए ध्याना। ते इस प्रधान की गल बड़ी ध्यान ला के सुनने वाली हुंदी है भाई। एक ही है कीर्तन निर्मोलक हीरा, आनंद गुणी गहीरा। आपां दूजा कोई हीरा होवे सानू मिले तो एक चम आपां चुक के ते अपनी जेब दे विच पाउने आ, ते इह अरबी हीरा परमेश्वर दा कीर्तन कदी इनू भी तुसी अपनी बुद्धि वाली जेब दे विच पाया जे भी इह डिग ना जाएगा, इह गुम ना हो जाए। इस करके राजे प्यार दे नाल नाम जपो, जिसका तन मन धन सब तिसका, सोई सुगड़ सुजानी तिन ही सुनिया दुख सुख मेरा, तो विद निकी खटानी जी की एक है पैमान। अमृत नाम निर्मोलक हीरा, गुर दीनो मनतानी,
कहते गुरा ने तेनों ये नाम रूपी नरमोल के हीरा एक मंत्र दे वाजो बख्शिश कीता है। की है? वाहिगुरु गुर मंत्र कहीं ये तेनों दिता है। ਉਹਦੇ वास्ते एक अखर जो गुर दाता जिहड़ा एक अखर तेनों गुरु ने बख्शिश दाते ने कीता जो सेवत ना ताश ते जिहड़ा सेवक नूं अलगर्ज होया कि कोई नहीं देख लांगे जप लांगे वो जपदा नहीं है। उन्होंने लिखिया पाए जन्म 100 सुआन का बहुत सपच करवास कहते बाकी जन्म तो एक पासे रह गए उन्होंने 100 दफा कुत्ते की देह मिलेगी। पाए जन्म 100 सुआन का बहुत सपच कर बास सपच कहते ने राजे चंडाल नूं ते जे किते अरदासां ते किते भौंकदे दी आवाज़ वो सुन लवे ते मुड़ के उन्होंने चंडालां दे घर जन्म होगा जिथे एक कौड़ी कौड़ी नूं भी तरसिया करेगा। कादे तो एक नाम तो टुटिया वा नाम तो टुट गया। नाम जपण वास्ते ये नाम जपण लई जेबा देनी हर दर्शन को अखी एक एक सुआस अमोलक जांदा मिले ना रुपए लखी। ये लखां नाल भी ये नहीं मिलता है एक भी सुआस। इस करके राजे नाम जपो सिमरन करो। अस तां होका दई जाने साडा हुण कर्मी यही बनिया होया है कि जपियो जपो ता एको नामा अवर नराफल काम एक हो जावो ते तुहाडा अंदर आनंद नाल भर जाना है। सिर्फ एक घंटा तुसी करके तो देखो तुसी 24 घंटे इस संसार दे विच तां तक रहे हो। सिर्फ एक घंटा उस पवित्र स्वरूप नूं तक के देखो तुसी ते तुहानूं की आनंद मिलदा है ते उहनूं छड्ड के देख लो ते आनंद किधरे डुल जाना है। लखां बंदे तेरे आनंद नूं तोड़न वाले ने ते एक जाना तेनों आनंद देण वाला है। ते असीं जिहड़े इन्ने लखां साडे आनंद नूं तोड़न वाले ने ते उन्हां लखां बंदियां दे नाल असीं जुड़े पए आ ते जिहने एक ने आनंद देना ते उहदे नालों असीं टुटे पए आ। उहदे नालों की है असीं आनंद देण वाला एक है मुर्शद तेरा बस बाकी किते आनंद नहीं है। ठीक है ना जी। इस करके राजे उस आनंद नूं साडी मदद किसने करनी उहदे पासे नूं तां आपां तुरीए ना कि सानूं मददगीर कौन है साडा इस दुनिया दे विच। सानूं यही नहीं पता लग रहा कि साडी मदद कोई भी साडी मदद नहीं कर सकता एक नाम तो बिना। दूजी अष्टपदी सारी इहदे ते ही है कि जय मात पिता सुत मीत न पाई मन ऊहा नाम तेरे संग साई। जय महाभ्यान दूर जम दले तै केवल नाम संग तेरे चले। जय मुश्किल होवे अत भारी हर को नाम खिन माहे अदार। अनक पुनः चरण करत नहीं तरे हर को नाम कोट पाप पर हरे। गुरमुख नाम जपो मन मेरे। फिर अगे की लिखिया कहंदे नानक पावो सुख कनेरे। तुसी सुख नहीं चाहुंदे बोलो कहते नाम जपो जी सुख पाने ने पे जे नहीं जपना तो फिर तो दुख ही दुख है भाई। इस करके गुरमुख नाम जपो नाम जपो मन मेरे गुरमुख नाम जपो मन मेरे गुरमुख नाम जपो। नाम जपो मन
ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਉਹ ਵੀ ਦੁਖੀ ਹੈ। ਭਾਵੇਂ ਸਾਰੀ ਸ੍ਰਿਸ਼ਟੀ ਦਾ ਵੀ ਰਾਜ ਮਿਲ ਗਿਆ ਤਾਂ ਵੀ ਦੁਖੀ। ਮੈਂ ਸਾਰੀ ਸ੍ਰਿਸ਼ਟੀ ਦੇ ਰਾਜ ਦੀ ਥੋੜੀ ਜੀ ਗੱਲ ਕਰ ਦਿੰਦਾ। ਕੌਣ ਸੀ? ਮਹਾਰਾਜਾ ਸਿਕੰਦਰ ਸੀ। ਬਹੁਤ ਰਾਜ ਭਾਗ ਔਰ ਜਿੱਤਦਾ ਜਾ ਰਿਹਾ ਸੀ ਸਾਰਾ ਕੁਛ। ਜਿੱਤਦੇ ਆ ਅਖੀਰ ਨੂੰ ਇੱਕ ਇਹੋ ਨਾਮਾ ਫਕੀਰ ਮਿੱਟੀ 'ਚ ਐ ਪਿਆ ਹੋਇਆ ਸੀ। ਤਾਂ ਕਹਿਣ ਲੱਗਾ ਚਲੋ ਇਹ ਮਹਾਂਪੁਰਖ ਦੀ ਲੋਕ ਇੱਜ਼ਤ ਕਰਦੇ ਨੇ, 2 ਮਿੰਟ ਇਹਦੇ ਕੋਲੇ ਵੀ ਕੋਈ ਬਚਨ ਬਲਾਸ ਸੁਣ ਲਈਏ। ਤਾਂ ਉਹ ਖੜ ਗਿਆ। ਜਿਲੇ ਮਹਾਰਾਜਾ ਸਿਕੰਦਰ ਖੜਿਆ ਉਹਦੇ ਕੋਲੇ, ਫਕੀਰ ਦੇ ਕੋਲੇ, ਤੇ ਕਹਿੰਦੇ ਫਕੀਰਾ ਕਮਾਈ ਤੇਰੀ ਬੜੀ ਹੈ, ਕੀ ਤੂੰ ਭੇਖ ਬਣਾਇਆ ਮਿੱਟੀ ਦੇ ਵਿੱਚ? ਕਹਿੰਦੇ ਕੋਈ ਨਹੀਂ, ਮਿੱਟੀ ਹੋਈ ਹੈ ਪਹਿਲੇ ਵੀ ਇਹ, ਨਾਨਕ ਢੇਰੀ ਸਾਰ ਕੀ ਪੀ ਫਿਰ ਹੋਈ, ਮਿੱਟੀ ਹੋਈ ਹੈ, ਇਹਦਾ ਕੀ ਹੈ? ਕਹਿੰਦੇ ਨਹੀਂ। ਕਹਿੰਦੇ ਤੂੰ ਦੱਸ ਰਾਜਨ ਕਿੱਧਰ ਨੂੰ ਤੁਰਿਆ ਜਾਣਾ ਹੈ, ਇੰਨੀ ਫੌਜ ਹੈ ਤੇਰੇ ਨਾਲ? ਕਹਿਣ ਲੱਗਿਆ ਮੈਂ ਬਹੁਤ ਰਾਜੇ ਜਿੱਤ ਲਏ ਨੇ, ਕੁਛ ਕੁ ਰਹਿ ਗਏ ਨੇ, ਮੈਂ ਉਹ ਵੀ ਜਿੱਤ ਕੇ। ਕਹਿੰਦੇ ਫਿਰ ਕੀ ਕਰੇਂਗਾ? ਜਿਹੜੇ ਉਹ ਵੀ ਜਿੱਤ ਲਏਂਗਾ ਫਿਰ ਕੀ ਕਰੂੰਗਾ? ਤਾਂ ਮਹਾਰਾਜਾ ਸਿਕੰਦਰ ਕਹਿਣ ਲੱਗਿਆ ਕਹਿੰਦੇ ਫਿਰ ਕੀ ਕਰਨਾ ਹੈ? ਕਹਿੰਦੇ ਫਿਰ ਮੈਂ ਸੁੱਖ ਨਾਲ, ਆਰਾਮ ਨਾਲ, ਆਨੰਦ ਨਾਲ ਬੈਠੂੰਗਾ। ਸੁੱਖ ਨਾਲ, ਆਰਾਮ ਨਾਲ, ਆਨੰਦ ਨਾਲ ਬੈਠੂੰਗਾ। ਤਾਂ ਕਹਿੰਦੇ ਤੂੰ ਫਕੀਰਾ, ਦੇਖੋ ਸਾਡੀ ਕਿੰਨੀ ਠਾਠ ਬਾਠ ਸਾਰਾ ਕੁਛ ਆ, ਹੈ ਨਾ ਜੀ, ਪਰ ਤੂੰ ਤਾਂ ਲਿਬੜਿਆ ਪਿਆ। ਕਹਿੰਦੇ ਜਿੱਥੇ ਤਾਂ ਪਹੁੰਚਣਾ ਹੈ ਨਾ, ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਰਾਜਨ, ਜਿਹੜਾ ਤੂੰ ਕਹਿੰਦਾ ਨਾ ਸੁੱਖ ਨਾਲ, ਆਰਾਮ ਨਾਲ ਤੇ ਆਨੰਦ ਨਾਲ ਬੈਠੂੰਗਾ ਮੈਂ, ਜਿਹੜਾ ਤੂੰ ਇੰਨਾ ਕੁ ਇਹਨਾਂ ਰਾਜਾਂ ਨੂੰ ਜਿੱਤਦਿਆਂ ਇੰਨਾ ਕੁ ਕਤਲੇਆਮ ਕਰ ਦਿੱਤਾ ਹੈ ਕਿ ਉਹ ਆਤਮਾਵਾਂ ਤੈਨੂੰ ਆਨੰਦ ਨਾਲ ਬੈਠਣ ਦੇਣਗੇ। ਇੰਨੇ ਇੱਕ ਬੰਦਾ ਹੀ ਬੰਦੇ ਤੋਂ ਮਰ ਜੇ ਤੇ ਉਹਦਾ ਬੰਦੇ ਦਾ ਮਨ ਦੁਖਦਾ ਰਹਿੰਦਾ, ਮੇਰੇ ਤੇ ਹੋ ਕੀ ਗਿਆ? ਤੂੰ ਤੇ ਇੰਨਾ ਕਤਲੇਆਮ ਕਰਕੇ ਤੇ ਤੂੰ ਕਹਿ ਰਿਹਾ ਕਿ ਮੈਂ ਆਨੰਦ ਨਾਲ, ਆਰਾਮ ਨਾਲ ਬੈਠੂੰਗਾ ਮੈਂ। ਦੂਸਰੀ ਗੱਲ ਇਹ ਕਹਿੰਦੇ ਤੂੰ ਫਕੀਰਾ ਦੱਸ, ਕਹਿੰਦੇ ਜਿਸ ਆਰਾਮ ਨੂੰ, ਆਨੰਦ ਦੀ, ਤੂੰ ਸੁੱਖ ਦੀ, ਸ਼ਾਂਤੀ ਦੀ ਗੱਲ ਕਰਦਾ ਹੈ, ਫਕੀਰ ਪਿਆ ਤਾਂ ਮਿੱਟੀ 'ਚ ਸੀ, ਪਰ ਕੀ ਕਹਿਣ ਲੱਗਾ? ਕਹਿੰਦਾ ਮੈਂ ਆਨੰਦ ਨਾਲ ਹੀ ਬੈਠੇ ਆਏ। ਬੋਲੋ, ਜਿਹੜਾ ਤੂੰ ਇੰਨੀ ਦੁਨੀਆ ਨੂੰ ਜਿੱਤ ਕੇ ਆਨੰਦ ਲੱਭਣਾ ਹੈ ਨਾ, ਕਹਿੰਦੇ ਅਸੀਂ ਫਕੀਰ ਉਸ ਆਨੰਦ ਵਿੱਚ ਬੈਠੇ ਪਏ ਆ। ਕਿਉਂ ਬੈਠੇ ਪਏ ਆ? ਇਹ ਅਜੇ ਇਹ ਜਿੱਤ ਕੇ ਵੀ ਜਿਹੜਾ ਅਸਲ ਵੈਰੀ ਜਿੱਤਣਾ ਹੈ ਉਹ ਤੇ ਨਹੀਂ ਜਿੱਤਿਆ ਗਿਆ। ਉਹ ਜੇ ਵੈਰੀ ਕੌਣ ਹੈ? ਉਹ ਤੇਰਾ ਮਨ ਹੈ। ਮਨ ਰੱਬ ਜੀਤੇ ਸਭ ਰੱਬ ਜੀਤੇ। ਜਿਸ ਨੇ ਮਨ ਵੈਰੀ ਨੂੰ ਜਿੱਤ ਲਿਆ ਹੈ ਨਾ, ਉਹਨੇ ਸਮਝ ਲਓ ਸਾਰਾ ਜੱਗ ਹੀ ਜਿੱਤ ਲਿਆ। ਪਈ ਲੋ ਧਾਰਨਾ ਵੀ ਪੜੇ ਹੋਏ ਗਵਾਈ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਜਾਣੋ ਸਾਰਾ ਜੱਗ